ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਪਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਅਸ਼ਟਪਦੀਆ ਮਹੱਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚਾ ਵਖਰ ਨਾਮ ਹੈ ਸੱਚਾ ਬਾਪਾਰਾ। ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ। ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ। ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ। ਦੂਜੈ ਭਾਏ ਕਾਰ ਕਮਾਵਣੀ ਨਿਤ ਟੋਟਾ ਸਹਿ ਸਾਰਾ। ਸਾਚੀ ਸੰਗਤ ਥਾਨ ਸੱਚ ਸੱਚੇ ਘਰ ਬਾਰਾ।
सच्चा भोजन भाओ सच, सच नाम आधारा। सच्ची बाणी संतोखिया, सच्चा शब्द विचारा। रस भोगण पातशाहियाँ, दुख सुख संघारा। मोटा नाव तराई है, गल औगण भारा। मानस दात न होवेई, तू दाता सारा। अगम अगोचर तू धनी, अवगत आपारा। गुर शब्दी दर जोईऐ, मुक्ते भंडारा। नानक मेल न चूकई, साचे वापारा। अगम अगोचर तू धनी, अवगत आपारा। गुर शब्दी दर जोईऐ, मुक्ते भंडारा। नानक मेल न चूकई, साचे वापारा। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चवर छतर तख दे मालक, लोक परलोक दे रखियक। धन धन साहिब श्री गुरु ग्रंथ साहिब, सच्चे सतगुरु जी की पावन पवित्र निगी गोद अंदर जुड़ बैठे गुरु रूप गुरु सवारे सतसंगी जनों, आप जी बड़ियां भागां वाले हो जो दशमेश पिता गुरु कलगीधर सतगुरु अमृत के दाते सर्वंस दानी साहिब कमाल धन धन साहिब श्री गुरु गोबिंद सिंह महाराज जी की चरण छो धरती, महान पवित्र अस्थान गुरुद्वारा मंजी साहिब आलमगीर विखे अमृत वेले तो हाजरियां भर के सतसंगत करके सतगुरु जी दियां खुशियां प्राप्त कर रहे हो। अमृत वेले तो सजे दीवाना विच आप जी ने हुणे ही सत्कार जो गुरु घर दे कीर्तनियां पासों श्री आसा जी की वार दे कीर्तन श्रवण कीते हैं। सो आओ गुरु सवारियो, समा है जो चल रही लड़ीवार गुरबाणी की कथा मारू राग दे विचों आप संगतां श्रवण करदियां आ रहीआं हन। अष्टपदियां दी कल दे दीवाना विच प्रारंभता हुई सी, जो आप जी ने पावन शब्द श्रवण कीता है। कल वाली विचार दे विच पहले चार पदियां दी विचार गुरु साहबान जी ने आप बख्शिश करके करवाई सी, जिहदे विच सतगुरु साहब पातशाह महाराज धन गुरु नानक देव महाराज ने सानू पावन उपदेश बख्शिश किया कि अनेकां ऐसे मुनि जन हन जिहड़े वेद शास्त्र धर्म ग्रंथ पुराण इत्यादि कोई पढ़ रहा है, कोई सुन रहा है, पढ़ के सुन के थक गए ने। फिर एक इहो जे लोग भी हैं जिहड़े 68 तीर्थां दे उत्ते भरमदे रहे, अनेकां प्रकार दे भेख बनाना कीते, वो भी भेख बना के थक के हार के बैठ गए। पर परमात्मा जिहड़ा तेरा नाम है ना, ये निर्मल है,
ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਣਾ ਕੀਤਾ, ਇੱਕ ਪ੍ਰਭੂ ਦੇ ਲੜ ਲਾਗੇ, ਉਹਨਾਂ ਦਾ ਹਿਰਦਾ ਵੀ ਫਿਰ ਬਿਲਕੁਲ ਸ਼ੁੱਧ ਹੋ ਗਿਆ। ਤੇ ਪਰਮਾਤਮਾ ਕਿਹੋ ਜਿਹੀ ਸ਼ਕਤੀ ਹੈ, ਕਹਿੰਦੇ ਉਹ ਸਾਰੇ ਸੰਸਾਰ ਨੂੰ ਨਾਸ਼ ਕਰਨ ਵਾਲਾ ਹੈ। ਸਾਰੇ ਸੰਸਾਰ ਦਾ ਪੈਦਾ ਕੀਤਾ ਤੇ ਫਾਨੀ ਵੀ ਉਹੀ ਕਰਦਾ, ਨਾਸ਼ ਵੀ ਉਹੀ ਕਰਦਾ ਹੈ। ਉਹ ਪਰਮਾਤਮਾ ਅਮਰ ਹੈ, ਬਾਕੀ ਸਾਰਾ ਸੰਸਾਰ ਜਿਹੜਾ ਹੈ ਉਹ ਚਲਾਏਵਾਨ ਹੈ। ਉਸ ਮਾਲਕ ਦਾ ਨਾਮ ਰਸਾਇਣ ਹੈ। ਪ੍ਰੇਮ ਦੇ ਨਾਲ ਜੇ ਉਸ ਮਾਲਕ ਦਾ ਨਾਮ ਜਪਾਂਗੇ, ਇਹ ਨਾਮ ਰੂਪੀ ਰਸਾਇਣ ਸਾਨੂੰ ਪ੍ਰਾਪਤ ਹੋ ਜਾਵੇਗੀ। ਜੇ ਪ੍ਰਤੱਖ ਤੌਰ 'ਤੇ ਰਸਾਇਣ ਖਾਣ ਦੇ ਨਾਲ, ਦਵਾਈ ਖਾਣ ਦੇ ਨਾਲ ਮਨੁੱਖ ਦੇ ਰੋਗ ਦੂਰ ਹੁੰਦੇ ਨੇ ਨਾ, ਇਸੇ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਨੇ, ਨਾਮ ਜਪਣ ਨਾਲ, ਬੰਦਗੀ ਕਰਨ ਦੇ ਨਾਲ ਇਹ ਜੀਵ ਤੇਰੇ ਸਰੀਰਕ ਦੁੱਖ, ਤੇਰੇ ਮਾਨਸਿਕ ਦੁੱਖ, ਇਹ ਸਾਰੇ ਦੁੱਖ ਦੂਰ ਹੋ ਜਾਣਗੇ। ਇਸ ਕਰਕੇ ਭਾਈ, ਜੇ ਤੂੰ ਆਪਣਾ ਭਲਾ ਲੋਚਦਾ ਹੈ, ਹਰੀ ਦੇ ਨਾਮ ਨੂੰ ਹੀ ਪੜ੍ਹ, ਹਰੀ ਦੇ ਨਾਮ ਨੂੰ ਬੁੱਝਣਾ ਕਰ, ਹਰੀ ਦੇ ਨਾਮ ਨੂੰ ਗੁਰੂ ਦੀ ਮੱਤ ਅਨੁਸਾਰ ਗੁਰਮਤਿ ਦਾ ਧਾਰਨੀ ਬਣ ਕੇ, ਗੁਰੂ ਪਾਸੋਂ ਉਪਦੇਸ਼ ਲੈ ਕੇ, ਕਹਿੰਦੇ ਆਪਣੇ ਹਿਰਦੇ ਅੰਦਰ ਉਹ ਵਸਾਣਾ ਕਰ, ਤੇਰਾ ਇਸ ਤਰ੍ਹਾਂ ਫਿਰ ਤੇਰਾ ਉਧਾਰ ਹੋਵੇਗਾ। ਕਿਉਂਕਿ ਇਹ ਸ਼੍ਰੇਸ਼ਟ ਮੱਤ ਪੂਰੇ ਗੁਰੂ ਪਾਸੋਂ ਹੀ ਪ੍ਰਾਪਤ ਹੋ ਸਕਦੀ ਹੈ। ਪੂਰਾ ਗੁਰੂ ਕੌਣ ਹੈ? ਕਹਿੰਦੇ ਗੁਰੂ ਦਾ ਸ਼ਬਦ ਹੀ ਪੂਰਾ ਗੁਰੂ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਨ। ਇਸ ਕਰਕੇ ਗੁਰੂ ਦੇ ਸ਼ਬਦ ਦੀ ਵਿਚਾਰ ਕਰ, ਜੋ ਸ਼ਬਦ ਨਾਲ ਜੁੜੇਗਾ ਮਨ ਗੁਰੂ ਨਾਲ ਗੱਲਾਂ ਬਾਤਾਂ ਕਰ ਰਿਹਾ ਹੈ। ਕਹਿੰਦੇ ਇਸ ਕਰਕੇ ਸਿੱਖ ਲਈ ਪਰਮਾਤਮਾ ਦਾ ਨਾਮ ਹੀ ਅਠਾੜ ਤੀਰਥ ਹੈ। ਜਿਹਨੇ ਪਰਮਾਤਮਾ ਦਾ ਨਾਮ ਜਪ ਲਿਆ, ਮਨ ਨੂੰ ਅਠਾੜ ਤੀਰਥਾਂ ਵਿੱਚ ਇਸ਼ਨਾਨ ਕਰ ਰਿਹਾ ਹੈ। ਉਹਦੇ ਸਾਰੇ ਫਿਰ ਨਾਮ ਜਪਣ ਵਾਲੇ ਦੇ ਸਾਰੇ ਕਿਲ ਵਿਖ, ਛੋਟੇ ਵੱਡੇ ਪਾਪ ਦੂਰ ਹੋ ਜਾਂਦੇ ਹਨ। ਇਸ ਤਰ੍ਹਾਂ ਫਿਰ ਉਹ ਮੁਕਤ ਹੋ ਜਾਂਦਾ ਹੈ। ਪਰ ਮਨੁੱਖ ਦੀ ਆਦਤ ਹੈ, ਕਹਿੰਦੇ ਜੀਵ ਧਰਮ ਦੇ ਨਾਂ 'ਤੇ ਅਨੇਕਾਂ ਪ੍ਰਕਾਰ ਦੇ ਕਰਮ ਕਾਂਡ ਕਰਦਾ ਹੈ। ਇਹਦੇ ਕਰਮ ਕਾਂਡ ਇਹੋ ਜਿਹੇ ਨੇ, ਮਾਨੋ ਜਿਵੇਂ ਪਾਣੀ ਨੂੰ ਰੜਕਣਾ ਕਰੀਏ, ਪਾਣੀ ਨੂੰ ਰੜਕਦੇ ਜਾਈਏ ਤੇ ਇਹ ਸੋਚ ਰੱਖੇ ਕਿ ਪਾਣੀ ਵਿੱਚੋਂ ਮੱਖਣ ਕੱਢਾਂਗਾ, ਥੱਤ ਕੱਢਾਂਗਾ। ਪਾਣੀ ਨੂੰ ਰੜਕਣ ਨਾਲ ਕੁਝ ਪ੍ਰਾਪਤ ਨਹੀਂ ਹੋਣਾ, ਪਾਣੀ ਪਾਣੀ ਰਹੇਗਾ। ਕਹਿੰਦੇ ਇਹ ਮੂਰਖ ਜੀਵ ਹੈ, ਅਗਿਆਨੀ ਹੈ, ਅੰਧਲਾ ਹੈ। ਜੇ ਇਸੇ ਤਰ੍ਹਾਂ ਗੁਰੂ ਦੀ ਮੱਤ ਦਾ ਧਾਰਨੀ ਬਣ ਕੇ ਦਹੀਂ ਨੂੰ ਰੜਕੀਏ, ਦੁੱਧ ਨੂੰ ਰੜਕੀਏ, ਦੁੱਧ ਵਿੱਚੋਂ ਗੁਰੂ ਸਵਾਰੇ ਫਿਰ ਮੱਖਣ ਨਿਕਲਦਾ ਹੈ। ਜਿਹੜਾ ਗੁਰੂ ਦੀ ਮੱਤ ਹੈ, ਗੁਰੂ ਕਹਿੰਦਾ ਸਿੱਖਾ ਨਾਮ ਜਪ, ਬਾਣੀ ਪੜ੍ਹ, ਇਹ ਮਾਨੋ ਦੁੱਧ ਰੜਕਣ ਦੀ ਨਹੀਂ, ਗੁਰੂ ਦੇ ਉਪਦੇਸ਼ ਨੂੰ ਕਮਾਣਾ। ਜਿਨ੍ਹਾਂ ਨੇ ਫਿਰ ਗੁਰੂ ਸਵਾਰੇ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਉਹਨਾਂ ਨੇ ਮਾਨੋ ਭਗਤੀ ਰੂਪੀ ਮੱਖਣ ਪ੍ਰਾਪਤ ਕਰ ਲਿਆ ਤੇ ਇਸ ਤਰ੍ਹਾਂ ਨਾਮ ਅੰਮ੍ਰਿਤ ਨੂੰ ਪ੍ਰਾਪਤ ਹੋ ਗਿਆ। ਨਿਧੀਆਂ ਦਾ ਖਜ਼ਾਨਾ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ। ਤੇ ਪਰ ਪਾਤਸ਼ਾਹ ਕਹਿੰਦੇ ਜਿਹੜਾ ਮਨਮੁਖ ਜੀਵ ਹੈ ਨਾ, ਮਨਮੁਖ ਜੀਵ ਇਸ ਤੱਤ ਨੂੰ ਨਹੀਂ ਜਾਣ ਸਕਦਾ ਉੱਥੇ ਉਹਦੀ, ਕਿਉਂਕਿ ਉਹਦੀ ਅਕਲ ਹੀ ਇੰਨੀ ਕੁ ਹੈ। ਤੇ ਇਸ ਕਰਕੇ ਮਨਮੁਖ ਜੀਵ ਜਿਹੜਾ ਹੈ ਫਿਰ ਵਾਰ-ਵਾਰ ਇਸ ਤਰ੍ਹਾਂ ਜਿਹੜਾ ਮਨਮੁਖ ਤੱਤ ਨਾ ਜਾਣਨੀ, ਪਸ਼ੂ ਮਾਹੇ ਸਮਾਨਾ। ਉਹਦੇ ਜੀਵਨ ਜਿਹੜਾ ਹੈ ਨਾ, ਹੈ ਉਹ ਮਨੁੱਖ ਹੈ, ਪਰ ਕਹਿੰਦੇ ਮਨੁੱਖ ਹੁੰਦਿਆਂ ਹੋਇਆਂ ਵੀ ਪਸ਼ੂਆਂ ਦੇ ਸਮਾਨ, ਪਸ਼ੂਆਂ ਦੇ ਬਰਾਬਰ ਆਪਣੀ ਜ਼ਿੰਦਗੀ ਪਸ਼ੂਆਂ ਵਾਂਗ ਜੀਵ ਬਤੀਤ ਕਰ ਰਿਹਾ ਹੈ। ਪਰ ਜੀਵ ਦੇ ਤੇ ਪਰਮਾਤਮਾ ਨਾਲ ਬਿੱਥ ਕਿਉਂ ਪਈ ਹੈ? ਤੇ ਸਤਿਗੁਰੂ ਕਹਿੰਦੇ ਨੇ ਜੀਵ ਦੇ ਅੰਦਰ ਹਉਮੈ ਹੈ, ਮੈਂ ਹੈ। ਮੈਂ ਹੋਣ ਕਰਕੇ ਹੀ ਹਰ ਸਮੇਂ ਜੀਵ ਮੈਂ ਕਰਦਾ ਫਿਰਦਾ ਹੈ। ਜਦੋਂ ਤੱਕ ਇਹ ਮੇਰੀ ਨਹੀਂ ਮਰਦੀ, ਮੈਂ ਨਹੀਂ ਮਰਦੀ, ਤੇ ਉਦੋਂ ਤੱਕ ਜੀਵ ਦਾ ਉਧਾਰ ਨਹੀਂ ਹੋ ਸਕਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਮਰ ਜੰਮੈ ਬਾਰੋ ਬਾਰ। ਇਸ ਹਉਮੈ ਦੇ ਕਾਰਨ ਹੀ, ਮੈਂ ਦੇ ਕਾਰਨ ਹੀ ਜੀਵ ਬਾਰ-ਬਾਰ ਜੰਮਦਾ ਤੇ ਬਾਰ-ਬਾਰ ਮਰਦਾ ਹੈ। ਪਰ ਨਾਲ ਹੀ ਬਚਨ ਕਰ, ਜੇ ਗੁਰੂ ਦੇ ਸ਼ਬਦ ਨੂੰ ਜੁੜ ਜਾਵੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਜੇਕਰ ਹਉਮੈ ਮਰ ਜਾਵੇ, ਹਉਮੈ ਖਤਮ ਹੋ ਜਾਵੇ, ਕਹਿੰਦੇ ਆਪਣੇ ਆਪ ਨੂੰ ਜੀਵ ਮਾਰ ਲਾ, ਫਿਰ ਮਰੈ ਨਾ ਦੂਜੀ ਵਾਰਾ। ਪਰ ਦੁਆਰਾ ਨਹੀਂ ਮਰਦਾ ਉਹ ਜੀਵ, ਫਿਰ ਮੁਕਤ ਹੋ ਜਾਂਦਾ ਹੈ। ਮਰੈ ਨਾ ਦੂਜੀ ਵਾਰ, ਗੁਰਮਤੀ ਜਗ ਜੀਵਨ ਮਨ ਵਸੈ, ਸਭ ਕੁਲ ਉਦਾਹਰਨ ਹਰ। ਗੁਰੂ ਦੀ ਮੱਤ ਦੇ ਧਾਰਨੀ ਬਣ ਕੇ
ਗੁਰਮਤਿ ਅਨੁਸਾਰ ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ ਜੋ ਵਾਹਿਗੁਰੂ ਹੈ ਉਹ ਮਨ ਵਿੱਚ ਵਸ ਜਾਂਦਾ ਹੈ। ਜਿਨ੍ਹਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਉਹ ਫਿਰ ਆਪਣਾ ਵੀ ਉਧਾਰ ਕਰਦੇ ਨੇ ਅਤੇ ਆਪਣੀਆਂ ਕੁਲਾਂ ਦਾ ਵੀ ਗੁਰੂ ਸਵਾਰੇ ਉਧਾਰ ਕਰ ਲੈਂਦੇ ਹਨ, ਭਾਵ ਉਹ ਤਰ ਜਾਂਦੇ ਨੇ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ ਵੀ ਸਰਵਣ ਕੀਤੀ ਸੀ। ਹੁਣ ਸਤਿਗੁਰੂ ਜੀ ਅਗਲੇ ਪਦੇ ਦੁਆਰਾ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੱਚਾ ਵਖਰ ਨਾਮ ਹੈ, ਸੱਚਾ ਵਪਾਰਾ, ਲਾਹਾ ਨਾਮ ਸੰਸਾਰ ਹੈ, ਗੁਰਮਤਿ ਵਿਚਾਰਾ। ਸਤਿਗੁਰੂ ਜੀ ਦੇ ਚਰਨਾਂ 'ਚ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਉਹ ਚੰਗਾ ਵੇਲਾ ਕਿਹੜਾ ਹੈ, ਚੰਗਾ ਸਮਾਂ ਕਿਹੜਾ ਹੈ। ਜੇ ਆਪਾਂ ਗੁਰਬਾਣੀ ਮੁਤਾਬਕ ਦੇਖੀਏ ਨਾ, ਸਤਿਗੁਰੂ ਨੇ ਤਾਂ ਅੰਮ੍ਰਿਤ ਵੇਲੇ ਨੂੰ ਸਭ ਤੋਂ ਵਧੀਆ ਸਮਾਂ ਆਖਣਾ ਕੀਤਾ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਪਰ ਗੁਰੂ ਸਵਾਰਿਓ, ਜਿੱਥੇ ਅੰਮ੍ਰਿਤ ਵੇਲੇ ਦਾ ਜਾਗ ਲਾਉਣ ਦਾ ਸਮਾਂ ਹੈ, ਜਿਸ ਸਮੇਂ ਮਨੁੱਖ ਨੂੰ ਰੱਬ ਚੇਤੇ ਆਵੇ, ਮਨੁੱਖ ਨੂੰ ਗੁਰੂ ਚੇਤੇ ਆਵੇ, ਅਤੇ ਮਾਨੋ ਉਹ ਸਮਾਂ ਫਿਰ ਮਨੁੱਖ ਲਈ ਸਭ ਤੋਂ ਵਧੀਆ ਹੈ। ਗੁਰਬਾਣੀ ਵਿੱਚ ਤਾਂ ਸਤਿਗੁਰੂ ਨੇ ਤੱਕ ਬਚਨ ਕਰ ਦਿੱਤੇ ਕਿ ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ। 12 ਮਹੀਨਾਮੇ ਬਾਣੀ ਦੀ ਅਖੀਰਲੀ ਪੰਕਤੀ ਹੈ, ਅਖੀਰਲੇ ਪਦੇ ਦੀ ਪੰਕਤੀ ਹੈ। ਜੇ ਪਾਤਸ਼ਾਹ ਕਹਿੰਦੇ ਨੇ ਮਾਹ ਮਹੀਨੇ, ਦਿਵਸ ਦਿਨ, ਮੂਰਤ ਉਹ ਸਮਾਂ, ਕਹਿੰਦੇ ਉਹ ਭਲੇ ਨੇ। ਕਦੋਂ ਭਲੇ? ਜਿਸ ਕੋ ਨਦਰ, ਜਦੋਂ ਜਿਸ ਸਮੇਂ ਵਿੱਚ ਉਹ ਮਾਲਕ ਵਾਹਿਗੁਰੂ ਨਦਰ ਕਰਦਾ, ਮਿਹਰ ਕਰ ਦੇਵੇ। ਅਤੇ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਨਾਨਕ ਤੇਰੇ ਦਰ ਤੋਂ, ਤੇਰੇ ਦਰਸ਼ਨਾਂ ਦੀ ਦਾਨ ਮੰਗਦਾ ਏ। ਇਹ ਹਰੀ ਜੀ ਕਿਰਪਾ ਕਰਕੇ ਨਾਨਕ ਨੂੰ ਆਪਣੇ ਦੀਦਾਰ ਬਖਸ਼ਣਾ ਕਰੋ, ਦਰਸ਼ਨ ਬਖਸ਼ਣਾ ਕਰੋ। ਸੋ ਜਦੋਂ ਉਸ ਸਾਈਂ ਦੀ, ਪ੍ਰਭੂ ਦੀ ਕਿਰਪਾ ਹੋ ਜਾਵੇ, ਜਦੋਂ ਪ੍ਰਭੂ ਚੇਤੇ ਆਵੇ, ਅਸਲ ਵਿੱਚ ਉਹ ਦਿਨ ਚੰਗਾ, ਉਹ ਸਮਾਂ ਚੰਗਾ ਹੈ। ਆਮ ਤੌਰ 'ਤੇ ਸਾਡੇ ਇਸ ਦੇਸ਼ ਦੇ ਵਿੱਚ ਬ੍ਰਾਹਮਣ ਮਤ ਅਨੁਸਾਰ ਲੋਕਾਂ ਨੂੰ ਭਰਮ ਜਾਲ ਵਿੱਚ ਪਾਇਆ ਹੋਇਆ, ਪਾਂਡੇ ਲੋਕਾਂ ਨੇ। ਅਤੇ ਲੋਕ ਵੀਰਵਾਰ ਦਾ ਪਰਹੇਜ਼ ਕਰਦੇ, ਮੰਗਲਵਾਰ ਸ਼ਨੀਵਾਰ ਵਾਲੇ ਸ਼ਨੀ ਦੇਵਤੇ ਦੀ ਪੂਜਾ ਕਰਦੇ ਨੇ। ਇਸ ਤਰ੍ਹਾਂ ਮਨੁੱਖ ਕਰਮ ਕਾਂਡਾਂ ਵਿੱਚ ਫਸੇ ਹੋਏ ਨੇ। ਅਤੇ ਕਈ ਵਾਰੀ ਪਿੰਡਾਂ ਵਿੱਚ ਆਮ ਤੌਰ 'ਤੇ ਦੇਖਿਆ ਜਾਂਦਾ ਸੀ, ਹੁਣ ਵੀ ਹੈ, ਸਾਡਾ ਗੁਰੂ ਤਾਂ ਕਹਿੰਦਾ ਸਿੱਖਾ ਤੂੰ ਨਿਤਾ ਪ੍ਰਤੀ ਆਪਣੇ ਸਰੀਰ ਦੀ ਸਫਾਈ ਰੱਖ, ਕੇਸ਼ੀ ਇਸ਼ਨਾਨ ਕਰ। ਜਿੰਨਾ ਤੂੰ ਆਪਣੇ ਸਰੀਰ ਦੀ ਸੁੱਚਤਾ ਰੱਖੇਗਾ, ਤਨ ਦੀ ਸੁੱਚਤਾ ਰੱਖੇਗਾ, ਫਿਰ ਤੇਰੇ ਮਨ ਦੀ ਸੁੱਚਤਾ ਵੀ ਹੋਵੇਗੀ। ਪਰ ਦੇਖਿਆ ਕੀ ਜਾਂਦਾ, ਕਈ ਵਾਰੀ ਬੀਬੀਆਂ ਦੇ ਮਨ ਐਸਾ ਭਰਮ ਪਿਆ ਕਿ ਅੱਜ ਮੰਗਲਵਾਰ ਵਾਲੇ ਦਿਨ ਕੇਸ਼ੀ ਇਸ਼ਨਾਨ ਨਹੀਂ ਕਰਨਾ, ਵੀਰਵਾਰ ਵਾਲੇ ਦਿਨ ਅੱਜ ਕੇਸ਼ੀ ਇਸ਼ਨਾਨ ਨਹੀਂ, ਸ਼ਨੀਵਾਰ ਆ ਸ਼ਨੀਵਾਰ ਵਾਲੇ ਦਿਨ ਕਰਨਾ। ਇਹ ਸਾਰੇ ਪਾਂਡੇ ਲੋਕਾਂ ਦੀ ਜਿਹੜੀਆਂ ਕੋਝੀਆਂ ਸ਼ਰਾਰਤਾਂ ਨੇ, ਜੋ ਅੱਜ ਤੱਕ ਸਾਡੇ ਮਨਾਂ ਅੰਦਰ ਘਰ ਕੀਤੀਆਂ ਹੋਈਆਂ ਨੇ। ਦਿਨ ਕੋਈ ਮਾੜਾ ਨਹੀਂ ਗੁਰੂ ਸਵਾਰਿਓ। ਜੇਕਰ ਆਪਾਂ ਸੋਚੀਏ
ਮੰਨ ਲਿਆ ਜਾਵੇ ਕਿ ਇਹ ਦਿਨ ਮਾੜੇ ਨੇ, ਮੰਗਲਵਾਰ ਮਾੜਾ, ਵੀਰਵਾਰ ਮਾੜਾ ਤੇ ਸ਼ਨੀਵਾਰ ਮਾੜਾ, ਫਿਰ ਆਪਾਂ ਇੰਝ ਕਰੀਏ ਇਹ 3 ਦਿਨ ਆਪਾਂ ਪ੍ਰਸ਼ਾਦਾ ਨਾ ਖਾਈਏ। ਜੇ ਦਿਨ ਮਾੜੇ ਨੇ ਪ੍ਰਸ਼ਾਦਾ ਨਾ ਛਕੀਏ, ਪਾਣੀ ਨਾ ਪੀਏ। ਜੇ ਪਾਣੀ ਤੋਂ ਬਿਨਾਂ ਆਪਾਂ ਰਹਿ ਨਹੀਂ ਸਕਦੇ, ਪ੍ਰਸ਼ਾਦੇ ਤੋਂ ਬਿਨਾਂ ਰਹਿ ਨਹੀਂ ਸਕਦੇ ਹਨ, ਫਿਰ ਦਿਨ ਚੰਗੇ ਮਾੜੇ ਕਿਹੜੇ ਹੋਏ? ਕੋਈ ਚੰਗਾ ਮਾੜਾ ਦਿਨ ਨਹੀਂ, ਇਹ ਬੰਦੇ ਦੀ ਸੋਚ ਚੰਗੀ ਮਾੜੀ ਹੈ। ਜਦੋਂ ਮਨੁੱਖ ਆਪਣੀ ਸੋਚ, ਜਦੋਂ ਮਨੁੱਖ ਚੰਗੇ ਕਰਮ ਕਰੇ, ਮਨੁੱਖ ਪਰਮਾਤਮਾ ਦਾ ਨਾਮ ਜਪੇ, 10 ਨੋਹਾਂ ਦੀ ਕਿਰਤ ਕਰੇ, ਤੇ ਉਹਦੇ ਲਈ ਫਿਰ ਉਹ ਦਿਨ ਚੰਗਾ ਹੈ। ਜਿੱਧਰ ਮਨੁੱਖ ਦੀ ਸੋਚ ਵਿੱਚ ਮਾੜੇ ਵਿਚਾਰ ਆ ਗਏ, ਪਰ ਜਿਹੜਾ ਕਿਸੇ ਦਾ ਬੁਰਾ ਚਿਤਵਦਾ ਹੈ, ਮਾੜਾ ਕਰ ਰਿਹਾ ਹੈ, ਤੇ ਮਾਨੋ ਉਦੋਂ ਉਹ ਮਨੁੱਖ ਫਿਰ ਬੁਰਾ ਹੈ ਗੁਰੂ ਸਵਾਰਿਓ। ਇਸ ਕਰਕੇ ਦਿਨ ਸਾਰੇ ਚੰਗੇ ਨੇ। ਸਾਨੂੰ ਇਹ ਸਮਾਂ ਇੱਕ ਇੱਕ ਪਲ ਸਾਡਾ ਪਰਮਾਤਮਾ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਬਤੀਤ ਹੋ ਰਿਹਾ ਹੈ। ਸਤਿਗੁਰੂ ਜੀ ਆਸਾ ਕੀ ਵਾਰ ਦੇ ਵਿੱਚ ਬਚਨ ਕਰਦੇ ਨੇ, ਪਾਤਸ਼ਾਹ ਦਾ ਫਰਮਾਨ ਹੈ ਕਿ ਜੈਸੇ ਗੋਇਲ ਗੋਇਲੀ ਰਾਖੈ ਪਸਾਰਾ, ਕਹਿੰਦੇ ਜਿਵੇਂ ਇੱਕ ਗਵਾਲਾ ਕਹਿੰਦੇ ਆਪਣੀਆਂ ਗਾਵਾਂ ਨੂੰ ਕਿਸੇ ਦੇ ਖੇਤ ਵਿੱਚ ਛੱਡ ਦੇਵੇ ਨਾ ਚਰਾਉਣ ਵਾਸਤੇ, ਉਹ ਪਰਾਏ ਦਾ ਜ਼ਿਮੀਂਦਾਰ ਦਾ ਖੇਤ ਚੁਗ ਲਵੇ, ਇਸੇ ਤਰ੍ਹਾਂ ਪਰਮਾਤਮਾ ਨੇ ਸੰਸਾਰ ਵਿੱਚ ਜੀਵ ਭੇਜੇ ਨੇ, ਇਹ ਆਪਣੀ ਖੁਰਾਕ ਚੁਗ ਰਹੇ ਨੇ। ਪਰ ਕਹਿੰਦੇ ਸਮਾਂ ਆਵੇਗਾ, ਕਹਿੰਦੇ ਅਨੇਕਾਂ ਜੀਵ ਕਹਿੰਦੇ ਸੰਸਾਰ ਤੋਂ ਚੜ੍ਹਾਈ ਕਰਦੇ ਨੇ, ਮੌਤ ਹੋ ਜਾਂਦੀ ਹੈ, ਤੇ ਜੀਵ ਗੁਰੂ ਸਵਾਰੇ ਉਦੋਂ ਦੇਖਦੇ ਨੇ, ਉਦੋਂ ਸੰਸਕਾਰ ਕਰਾਉਂਦੇ ਨੇ, ਤੇ ਬਣਾਇਆ ਜਾਂਦਾ ਹੈ ਆਪਣੀ ਮੱਤ, ਧਰਮ ਦੀ ਮੱਤ ਅਨੁਸਾਰ। ਪਰ ਸਤਿਗੁਰੂ ਕਹਿੰਦੇ ਨੇ ਸਿੱਖਿਆ ਲੈਣਾ ਕਰ, ਜਾਗੋ ਜਾਗੋ ਸੁੱਤਿਓ ਚੱਲਿਆ ਬਣਜਾਰਾ। ਕਹਿੰਦੇ ਇਹ ਜੀਵ ਅਵਿਦਿਆ ਰੂਪੀ ਰਾਤ ਸੁੱਤਾ ਪਿਆ ਏ, ਜਾਗਣਾ ਕਰ, ਜਾਗਰਤ ਅਵਸਥਾ ਵਿੱਚ ਆ। ਤੈਨੂੰ ਪਤਾ ਹੈ ਜੀਵ ਰੂਪੀ ਬਣਜਾਰਾ ਜਾ ਰਿਹਾ, ਤੇਰੀ ਵਾਰੀ ਵੀ ਹੈ, ਤੂੰ ਵੀ ਇਸੇ ਲਾਈਨ ਵਿੱਚ ਲੱਗਿਆ ਹੋਇਆ, ਆਪਾਂ ਸਾਰੇ ਉਸ ਲਾਈਨ ਵਿੱਚ ਲੱਗੇ ਹੋਏ ਹਾਂ। ਇੱਕ ਦਿਨ ਸਮਾਂ ਆਵੇਗਾ ਆਪਾਂ ਵੀ ਗੁਰੂ ਸਾਹਿਬ ਸੰਸਾਰ ਤੋਂ ਕੂਚ ਕਰਨਾ ਹੈ। ਇਸ ਕਰਕੇ ਸਮਾਂ ਲੰਘਦਾ ਜਾ ਰਿਹਾ, ਤੇ ਪਾਤਸ਼ਾਹ ਕਹਿੰਦੇ ਨੇ ਦਿਨ ਤੇ ਪਹਿਰ ਤੇ ਘਰੀਆਂ, ਆਪ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਬਨ ਬਿਦ ਕੀਜੈ। ਜਿਹੜਾ ਸਰੀਰ ਫੰਦਕ ਹੈ, ਕਹਿੰਦੇ ਸ਼ਿਕਾਰ ਰੂਪੀ ਸ਼ਿਕਾਰੀ, ਉਹ ਸਿਰ ਉੱਤੇ ਵਿਚਰ ਰਿਹਾ ਹੈ, ਪਤਾ ਨਹੀਂ ਕਦੋਂ ਦਬੋਚ ਲੈਣਾ ਹੈ। ਕਿ 100 ਦਿਨ ਆਵਣ ਲਾਗਾ, ਉਹ ਦਿਨ ਨੇੜੇ ਆ ਰਿਹਾ। ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਉ ਹੈ ਕਾਕਾ। ਮਾਤਾ ਪਿਤਾ ਭਰਾ ਸੁਤ ਬੰਤਾ, ਪੁੱਤਰ ਘਰ ਵਾਲੀ, ਕਾਕਾ ਦਾ ਚਾਚਾ ਇਤਿਆਦਿ, ਕਹਿੰਦੇ ਇਹਨਾਂ 'ਚ ਕੋਈ ਵੀ ਤੇਰਾ ਨਹੀਂ ਰਹੇਗਾ। ਇਸ ਕਰਕੇ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਇਹ ਵਪਾਰ ਕਰਨ ਦੇ ਲਈ। ਜਿੱਥੇ ਤੂੰ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਦੇ ਲਈ, ਰੋਜੀ ਰੋਟੀ ਦੇ ਲਈ ਵਪਾਰ ਕਰਦਾ ਹੈ, ਉੱਥੇ ਜ਼ਿੰਦਗੀ ਵਿੱਚ ਵਿਚਰਦਿਆਂ ਹੋਇਆਂ ਤੇ ਸੱਚ ਦਾ ਵਪਾਰ ਕਰਨਾ ਹੈ, ਨਾਮ ਦਾ ਵਣਜ ਵਪਾਰ ਕਰਨਾ ਹੈ। ਵਣਜ ਕਰੋ ਬਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਬਸਤ ਵਿਸਾਹੀ ਹੈ, ਜੈਸੀ ਨਿਭ ਹੈ ਨਾਲ। ਕਹਿੰਦੇ ਉਹ ਵਪਾਰ ਤੈਅ ਕਰਨਾ ਹੈ। ਸੱਚਾ ਵੱਖਰ ਨਾਮ ਹੈ, ਸੱਚਾ ਵਪਾਰਾ। ਜਿਹੜਾ ਸੱਚ ਦਾ ਵਪਾਰ ਕਰਨਾ, ਸੱਚ ਦੇ ਬੰਧੀ ਬਣਨਾ, ਸੱਚ ਦੇ ਉਪਾਸ਼ਕ ਬਣਨਾ, ਅਸਲ ਵਿੱਚ ਇਹੀ ਗੁਰੂ ਸਾਹਿਬ ਨਾਮ ਦਾ ਵਪਾਰ ਹੈ। ਜਿਹਨੇ ਇਹ ਨਾਮ ਜਪ ਲਿਆ ਨਾ, ਉਹਦਾ ਫਿਰ ਜੀਵਨ ਸਫਲਾ ਹੈ। ਭਾਈ ਵੀਰ ਸਿੰਘ ਜੀ ਨੇ ਗੁਰਮੁਖ ਸਿੱਖਿਆ ਵਿੱਚ ਬੜੀ ਸੁੰਦਰ ਗਾਥਾ ਲਿਖਣਾ ਕੀਤੀ ਹੈ। ਕਹਿੰਦੇ ਨੇ ਇੱਕ ਜ਼ਿਮੀਂਦਾਰ ਆਪਣੇ ਖੂਹ ਉੱਤੇ ਟਿੰਡਾਂ ਚੱਲ ਰਹੀਆਂ ਨੇ, ਖੇਤੀ ਨੂੰ ਪਾਣੀ ਲਾ ਰਿਹਾ, ਖੇਤਾਂ ਨੂੰ, ਤੇ ਗੁਰੂ ਸਵਾਰਿਓ ਉਹ ਪਾਣੀ ਦੇ ਟਿੰਡਾਂ ਭਰ ਭਰ ਕੇ ਬਾਹਰ ਡਿੱਗਦੀਆਂ ਨੇ,
ਤੇ ਆਪਣੇ ਆਹਰ ਵਿੱਚ ਉਹ ਲੱਗਿਆ ਹੋਇਆ। ਉਧਰੋਂ ਇੱਕ ਗੁਰਮੁਖ ਜਨ, ਰੱਬ ਦਾ ਪਿਆਰਾ, ਬੰਦਗੀ ਕਰਨ ਵਾਲੇ, ਜਿਹੜਾ ਪਰਮਾਤਮਾ ਦੇ ਰੰਗ ਵਿੱਚ ਅਭੇਦ, ਉਹ ਵਿਚਰਦਾ ਹੋਇਆ ਇਸ ਜ਼ਿਮੀਦਾਰ ਦੇ ਖੂਹ ਤੇ ਆ ਗਿਆ। ਤੇ ਜ਼ਿਮੀਦਾਰ ਨੂੰ ਆਖਣ ਲੱਗਿਆ, ਕਹਿਣ ਲੱਗਿਆ, ਐ ਜੱਟਾ, ਜਿਵੇਂ ਉੱਥੇ ਲਿਖਿਆ ਹੋਇਆ, ਮੈਨੂੰ ਪਾਣੀ ਛਕਾ ਦੇ, ਮੈਨੂੰ ਪਿਆਸ ਲੱਗੀ ਹੈ। ਕਹਿੰਦੇ ਨੇ ਜ਼ਿਮੀਦਾਰ ਨੇ ਆਪਣਾ ਖੂਹ ਗੇੜਨਾ ਬੰਦ ਕੀਤਾ, ਪਾਣੀ ਦਾ ਗਲਾਸ ਭਰ ਕੇ ਦੇਣ ਲੱਗਿਆ ਤੇ ਮਨ ਵਿੱਚ ਵਿਚਾਰ ਆਈ ਕਿ ਇਹ ਰੱਬ ਦਾ ਪਿਆਰਾ ਹੈ, ਫਕੀਰ ਹੈ, ਸੰਤ ਹੈ, ਇਹਨੂੰ ਸੁੱਚੇ ਭਾਂਡੇ ਵਿੱਚ ਦੇਣਾ ਕਰਨਾ। ਜਿਹੜਾ ਇਹ ਭਾਂਡਾ ਮੈਂ ਇਹਦੇ 'ਚ ਕਈ ਵਾਰੀ ਪਾਣੀ ਪੀਤਾ, ਇਹ ਝੂਠਾ ਹੈ, ਮੈਂ ਸੁੱਚਾ ਭਾਂਡਾ ਲੈਣਾ ਕਰਾਂ। ਕਹਿੰਦੇ ਨੇ ਉਸ ਸਮੇਂ ਕੀ ਹੋਇਆ, ਇਹਨੇ ਇੱਕ ਟਿੰਡ ਲਾਣਾ ਕੀਤੀ ਜੋ ਅੱਧੀ ਪਾਣੀ ਨਾਲ ਭਰੀ ਹੋਈ ਹੈ। ਟਿੰਡ ਲਾਈ ਹੈ, ਪਾਣੀ ਨਾਲ ਭਰੀ ਹੋਈ, ਤੇ ਜਦੋਂ ਪਾਣੀ ਦੇਣ ਲੱਗਿਆ ਤੇ ਮਨ ਵਿੱਚ ਵਿਚਾਰ ਆਈ ਕਿ ਮਨਾ, ਸੰਤ ਜੀ ਹਨ, ਗੁਰਮੁਖ ਜਨ ਹਨ, ਹੋਕਾ ਪਾਣੀ ਛਕਾਈਏ, ਇਹ ਠੀਕ ਨਹੀਂ ਹੈ। ਮੇਰੀ ਗਾਂ ਚੋਣ ਦਾ ਸਮਾਂ ਹੋ ਗਿਆ ਹੈ, ਨਾਲ ਮੈਂ ਦੁੱਧ ਚੋ ਲੈਂਦਾ, ਨਾਲ ਕੱਚੀ ਲੱਸੀ ਬਣਾ ਕੇ ਮੈਂ ਭੇਟਾ ਕਰਦੇ ਹਾਂ। ਕਹਿੰਦੇ ਨੇ ਅੱਤ ਦੀ ਗਰਮੀ ਸੀ, ਜਿਹੜੀ ਇੰਨੀ ਗਰਮੀ ਸੀ ਕਿ ਉਹ ਸਹਿਣ ਨਹੀਂ ਹੋ ਰਹੀ ਸੀ। ਤੇ ਜ਼ਿਮੀਦਾਰ ਨੇ ਗੁਰੂ ਸਰ ਉਸ ਸਮੇਂ ਗਾਂ ਚੋਈ ਤੇ ਉਹਦੇ ਵਿੱਚ ਦੁੱਧ ਪਾਇਆ ਤੇ ਕੱਚੀ ਲੱਸੀ ਬਣਾ ਕੇ ਉਸ ਰੱਬ ਦੇ ਪਿਆਰੇ ਦੇ ਅੱਗੇ ਰੱਖ ਦਿੱਤਾ। ਕਹਿਣ ਲੱਗੇ, ਲੋ ਸੰਤ ਜੀ, ਇਹ ਛਕਣਾ ਕਰੋ। ਤੇ ਸੰਤ ਜੀ ਨੇ ਉਹ ਜਿਹੜਾ ਛੰਨਾ ਸੀ ਗੁਰੂ, ਉਹ ਜਿਹੜੀ ਟਿੰਡ ਸੀ ਆਪਣੇ ਮੁੱਖ ਨੂੰ ਲਾਈ। ਅੱਧਾ ਜਦੋਂ ਪੀਤਾ ਨਾ ਤੇ ਮੁੱਖ ਉੱਤੇ ਹੱਥ ਫੇਰਿਆ, ਕਹਿਣ ਲੱਗਿਆ, ਐ ਜ਼ਿਮੀਦਾਰਾ, ਤੈਨੂੰ ਕਿਵੇਂ ਪਤਾ ਸੀ ਮੈਨੂੰ ਭੁੱਖ ਲੱਗੀ ਹੈ? ਤੈਨੂੰ ਕਿਵੇਂ ਪਤਾ ਸੀ ਭੁੱਖ ਲੱਗੀ? ਤੂੰ ਮੇਰੀ ਲੋੜ ਪੂਰੀ ਕੀਤੀ ਹੈ। ਤੇ ਜ਼ਿਮੀਦਾਰ ਨੇ ਅੱਗੋਂ ਉੱਤਰ ਦੇਣਾ ਕੀਤਾ, ਕਹਿਣ ਲੱਗਿਆ ਕਿ ਮਹਾਂਪੁਰਖੋ, ਮੈਂ ਕਿਹੜਾ ਅੰਤਰਜਾਮੀ ਆ, ਮੇਰੇ ਤਾਂ ਮਨ ਵਿੱਚ ਵੈਸੇ ਹੀ ਆ ਗਿਆ ਕਿ ਚਲੋ ਇਹ ਰੱਬ ਦਾ ਪਿਆ, ਤੁਸੀਂ ਪਾਣੀ ਮੰਗਿਆ, ਮੇਰੇ ਮਨ ਵਿੱਚ ਵਿਚਾਰ ਆ ਕਿ ਜੋ ਰੱਬ ਦੇ ਪਿਆਰੇ ਨੂੰ ਮੈਂ ਜਲ ਛਕਾ ਦੇ, ਕੱਚੀ ਲੱਸੀ ਬਣਾ ਕੇ ਦੇ। ਮੇਰੇ ਕੋਲ ਗਰੀਬੜੇ ਕੋਲ ਹੋਰ ਕੁਝ ਹੈ ਨਹੀਂ ਸੀ ਇੱਥੇ ਆਪ ਜੀ ਨੂੰ ਛਕਾਉਣ ਦੇ ਲਈ, ਤੇ ਗਾਂ ਦਾ ਦੁੱਧ ਸੀ, ਮੈਂ ਤੁਹਾਨੂੰ ਕੱਚੀ ਲੱਸੀ ਬਣਾ ਕੇ ਭੇਟਾ ਕਰ ਦਿੱਤਾ। ਜੋ ਗਰੀਬੜਾ ਸ਼ਬਦ ਆਖਿਆ ਕਿ ਮੇਰੇ ਕੋਲ ਗਰੀਬੜੇ ਕੋਲ ਇਹੀ ਸੀ, ਹੋਰ ਕੁਝ ਵੀ ਨਹੀਂ ਹੈ। ਕਹਿੰਦੇ ਰੱਬ ਦੇ ਪਿਆਰੇ ਫਕੀਰ ਨੇ ਉਸ ਜ਼ਿਮੀਦਾਰ ਦੀ ਬਾਂਹ ਪਕੜ ਲਈ, ਕਹਿਣ ਲੱਗਿਆ, ਤੂੰ ਗਰੀਬ, ਤੈਂ ਗਰੀਬ ਨੇ ਮੈਨੂੰ ਜੋ ਤੇਰੇ ਕੋਲ ਸੀ ਉਹ ਮੈਨੂੰ ਦੇਣਾ ਕੀਤਾ। ਮੈਂ ਵੀ ਗਰੀਬ ਹਾਂ, ਜੋ ਮੇਰੇ ਕੋਲ ਆ ਮੈਂ ਤੈਨੂੰ ਦੇਣ ਲੱਗਿਆ ਹਾਂ, ਇਹਨੂੰ ਸਾਂਭ ਕੇ ਰੱਖੀ। ਕਹਿਣ ਲੱਗਿਆ, ਬੋਲ ਵਾਹਿਗੁਰੂ। ਜ਼ਿਮੀਦਾਰ ਨੂੰ ਆਖਿਆ, ਬੋਲ ਵਾਹਿਗੁਰੂ। ਤੇ ਜ਼ਿਮੀਦਾਰ ਵਾਹਿਗੁਰੂ ਬੋਲਣ ਲੱਗ ਪਿਆ, ਮਿਹਰ ਕਰ ਦਿੱਤੀ। ਅੱਧਾ ਘੰਟਾ ਉੱਥੇ ਬੈਠ ਕੇ ਉਹਨੂੰ ਨਾਮ ਜਪੈ ਦ੍ਰਿੜ ਕਰਵਾਇਆ। ਅੱਧੇ ਘੰਟੇ ਬਾਅਦ ਫਿਰ ਮਹਾਂਪੁਰਖ ਤੋਂ ਚਾਲੇ ਪਾਉਣ ਲੱਗੇ ਤੇ ਜ਼ਿਮੀਦਾਰ ਨੂੰ ਆਖਿਆ ਕਿ ਦੇਖ, ਇਸ ਨਾਮ ਨੂੰ ਨਾ ਵਿਸਾਰੀ, ਜੇ ਤੂੰ ਨਾਮ ਜਪਦਾ ਰਿਹਾ, ਇਹ ਵਾਹਿਗੁਰੂ ਦਾ ਸਿਮਰਨ ਕਰਦਾ ਰਿਹਾ, ਤੇਰੀ ਘਰ ਵਿੱਚ ਬਰਕਤਾਂ ਪੈ ਜਾਣਗੀਆਂ, ਤੈਨੂੰ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਵੇਗੀ। ਗੱਲ ਯਾਦ ਰੱਖੀ, ਇਹ ਜਿਹੜਾ ਵਾਹਿਗੁਰੂ ਹੈ, ਇਹ ਜਦੋਂ ਤੈਂ ਸੌਣਾ ਹੈ, ਸੌਣ ਤੋਂ ਪਹਿਲਾਂ ਵੀ ਵਾਹਿਗੁਰੂ ਜਪਣਾ, ਜਦੋਂ ਉੱਠ ਕੇ ਬੈਠਣਾ ਹੈ ਉਦੋਂ ਵੀ ਵਾਹਿਗੁਰੂ ਜਪਣਾ, ਜਦੋਂ ਪ੍ਰਸ਼ਾਦਾ ਛਕਣਾ ਉਦੋਂ ਵੀ ਵਾਹਿਗੁਰੂ ਜਪਣਾ, ਜਦੋਂ ਪੈਦਲ ਤੁਰ ਕੇ ਜਾਣਾ ਉਦੋਂ ਵੀ ਵਾਹਿਗੁਰੂ ਜਪਣਾ ਹੈ। ਖੇਤੀ ਕਰਦਿਆਂ ਹੋਇਆਂ ਭਾਵ ਹਰ ਸਮੇਂ ਤੈ ਵਾਹਿਗੁਰੂ ਵਾਹਿਗੁਰੂ ਜਪਣਾ ਹੈ। ਹੁਣ ਇਹ ਬਚਨ ਗੁਰੂ ਸਵਾਰਿਓ ਉਹ ਮਹਾਂਪੁਰਖ ਕਰਕੇ ਚਲੇ ਗਏ। ਪਿੱਛੋਂ ਜ਼ਿਮੀਦਾਰ ਨਾਲ ਆਪਣੀ ਫਸਲ ਵਾਹੁੰਦਾ, ਫਸਲ ਬੀਜਦਾ, ਨਾਲੇ ਗੁਰੂ ਸਵਾਰਿਓ ਉਹ ਨਾਲੇ ਮੁਖੋਂ ਵਾਹਿਗੁਰੂ ਵਾਹਿਗੁਰੂ ਆਖਦਾ।
ਖੂਹ ਦੇ ਕੋਲ ਆ ਕੇ ਬੈਠ ਜਾਂਦਾ, ਉਦੋਂ ਵੀ ਵਾਹਿਗੁਰੂ ਵਾਹਿਗੁਰੂ ਜਪਦਾ। ਸਮਾਂ ਲੰਘਦਾ ਗਿਆ ਅਤੇ ਹਰ ਸਮੇਂ ਉਹਨੂੰ ਵਾਹਿਗੁਰੂ ਚਿੱਤ ਆਉਂਦਾ। ਜਦੋਂ ਕੁਦਰਤੀ ਤੌਰ 'ਤੇ ਮਨੁੱਖ ਪਰਮਾਤਮਾ ਦਾ ਨਾਮ ਜਪੇ ਨਾ, ਬੰਦਗੀ ਕਰਨ ਲੱਗ ਪਵੇ, ਅਤੇ 4 ਬੰਦਿਆਂ ਦੇ ਵਿੱਚ ਉਹਦਾ ਸਤਿਕਾਰ ਹੋਣ ਲੱਗ ਪੈਂਦਾ ਹੈ। ਹੁਣ ਜ਼ਿਮੀਂਦਾਰ ਨੂੰ ਉਹ ਰੰਗ ਚੜ੍ਹ ਗਿਆ, ਜਿਹੜਾ ਰੰਗ ਗੁਰੂ ਸਵਾਰੇ ਭਗਤੀ ਦਾ ਰੰਗ, ਮਜੀਠੀ ਰੰਗ ਜਿਹਨੂੰ ਗੁਰਬਾਣੀ ਵਿੱਚ ਆਖਿਆ ਗੂੜਾ ਰੰਗ, ਉਹ ਰੰਗ ਲੱਗ ਗਿਆ। ਅਤੇ ਹੁਣ ਜਿੱਥੇ 4 ਬੰਦੇ ਸਲੋਤਾ ਕਰਨ ਲੱਗੇ, ਹੌਲੀ ਹੌਲੀ ਸਾਰਾ ਪਿੰਡ ਹੀ ਜ਼ਿਮੀਂਦਾਰ ਦੀ ਸਿਫਤ ਕਰਨ ਲੱਗ ਪਿਆ ਕਿ ਤਾਂ ਭਲਾ ਪੁਰਸ਼ ਹੈ, ਦਰਵੇਸ਼ ਪੁਰਸ਼ ਹੈ, ਇਹ ਰੱਬ ਦਾ ਪਿਆਰਾ ਹੈ, ਨਾਮ ਜਪਣ ਵਾਲਾ ਹੈ। ਪਿੰਡ ਇੱਕ ਪਿੰਡ ਛੱਡ ਕੇ ਦੂਜਾ ਪਿੰਡ ਸਿਫਤ ਕਰਨ ਲੱਗ ਪਿਆ। ਕੁਦਰਤੀ ਤੌਰ 'ਤੇ ਹੈ, ਜਦੋਂ ਫਿਰ ਮਨੁੱਖ ਬੰਦਗੀ ਕਰੇ ਨਾ, ਅਤੇ ਬੰਦਗੀ ਕਰਦਿਆਂ ਹੋਇਆਂ ਰਿੱਧੀਆਂ ਸਿੱਧੀਆਂ ਉਸ ਮਨੁੱਖ ਦੇ ਕੋਲ ਆ ਜਾਂਦੀਆਂ ਨੇ। ਹੁਣ ਜਦੋਂ ਸੁਤੇ ਸੁਤ ਕੋਈ ਬਚਨ ਕਰ ਦੇਵੇ, ਉਹ ਬਚਨ ਸੱਤ ਹੋ ਜਾਵੇ। ਪਹਿਲੀ ਗੱਲ ਤਾਂ ਕਿਸੇ ਨੂੰ ਬਚਨ ਕਰਦੇ ਨਹੀਂ ਸਨ। ਜਦੋਂ ਕੁਦਰਤੀ, ਜਦੋਂ ਵਾਹਿਗੁਰੂ ਵਾਹਿਗੁਰੂ ਜਪਣਾ, ਕੁਦਰਤੀ ਮੁੱਖੋਂ ਬਚਨ ਕਰਨਾ, ਉਹ ਬਚਨ ਸੱਤ ਹੋ ਜਾਣਾ, ਅਤੇ ਲੋਕਾਂ 'ਚ ਪ੍ਰਸਿੱਧੀ ਹੋਰ ਜ਼ਿਆਦਾ ਹੋ ਗਈ। ਲੋਕ ਦੂਰੋਂ ਦੂਰੋਂ ਚੱਲ ਕੇ ਆਉਣ ਲੱਗੇ, ਪਰ ਕੋਈ ਬਚਨ ਨਾ ਕਰੇ ਕਿਸੇ ਨਾਲ, ਵਾਹਿਗੁਰੂ ਵਾਹਿਗੁਰੂ ਜਪੀ ਜਾਵੇ। ਇੱਕ ਸੰਤ ਬਾਬਾ ਈਸ਼ਰ ਸਿੰਘ ਜੀ ਹੋਏ ਨੇ, ਨਿਰਮਲੇ ਮਹਾਂਪੁਰਖ, ਹਰਿਦੁਆਰ ਵਾਲੇ। ਉਹ ਸਮਾਂ ਸੀ, ਕਹਿੰਦੇ, ਜਦੋਂ ਮਹਾਰਾਜੇ ਨਾਭੇ ਨੇ, ਭਾਈ ਵੀਰ ਸਿੰਘ ਨੇ ਗਾਥਾ ਲਿਖੀ ਹੈ, ਮਹਾਰਾਜਾ ਨਾਭੇ ਨੇ ਕਹਿੰਦੇ ਉਹਨੂੰ ਆਖਿਆ ਕਿ ਤੁਸੀਂ ਮੈਨੂੰ ਦਰਸ਼ਨ ਦੀਦਾਰੇ ਦੇਣਾ ਕਰੋ, ਅਤੇ ਉਹਨਾਂ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮੈਂ ਤੁਹਾਨੂੰ 1 ਲੱਖ ਰੁਪਇਆ ਦੇਵਾਂਗਾ। ਮਹਾਰਾਜਾ ਨਾਭੇ ਨੇ ਆਖਿਆ 1 ਲੱਖ ਰੁਪਇਆ ਤੁਹਾਨੂੰ ਭੇਟਾ ਦੇਵਾਂ, ਮੈਨੂੰ ਆ ਕੇ ਮੈਂ ਜਾਂ ਤੁਸੀਂ ਮੈਨੂੰ ਆ ਕੇ ਮਿਲਣਾ, ਕਿ ਜੋ ਤੁਹਾਨੂੰ ਆ ਕੇ ਮਿਲਾਂ, ਮੈਂ ਤੁਹਾਡੇ ਦੀਦਾਰ ਕਰਾਂ। ਅਤੇ ਮਹਾਂਪੁਰਖਾਂ ਨੇ ਅੱਗੋਂ ਉੱਤਰ ਦੇਣਾ ਕੀਤਾ ਸੀ ਕਿ ਮਹਾਰਾਜ ਨਾਭੇ ਨੂੰ ਜਾ ਕੇ ਆਖ ਦਿਓ ਕਿ ਜੇਕਰ ਉਹ ਆਪ ਨਾਭੇ ਤੋਂ ਲੈ ਕੇ ਹਰਿਦੁਆਰ ਤੱਕ ਸੋਨੇ ਦੀਆਂ ਮੋਹਰਾਂ ਵਿਛਾ ਕੇ ਮੈਨੂੰ ਮਿਲਣ ਆਵੇ ਨਾ, ਅਤੇ ਮੈਂ ਤਾਂ ਵੀ ਉਸ ਨਾਭੇ ਮਹਾਰਾਜ ਨਾਲ ਨਹੀਂ ਮਿਲਣਾ। ਐਡਾ ਵੱਡਾ ਤਿਆਗੀ ਸੀ। ਫਿਰ ਗੁਰੂ ਸਵਾਰੇ ਉਹਨੇ ਵੀ ਇਹਦੀ ਵਡਿਆਈ ਸੁਣੀ, ਇਸ ਜ਼ਿਮੀਂਦਾਰ ਦੀ ਵਡਿਆਈ ਸੁਣਨ ਉਪਰੰਤ ਮਨ ਵਿੱਚ ਵਿਚਾਰ ਆਈ ਕਿ ਚਲੋ ਮਨਾ ਦੇਖੀਏ ਕਿ ਬਾਕੀ ਇਹ ਰੱਬ ਦਾ ਪਿਆਰਾ ਹੈ ਕਿ ਨਹੀਂ ਹੈ। ਅਤੇ ਉਸ ਸਮੇਂ ਇਹ ਚੱਲ ਕੇ ਆਇਆ। ਜਦੋਂ ਖੂਹ ਦੇ ਕੋਲ ਖੇਤਾਂ ਵਿੱਚ ਆ ਕੇ ਪਹੁੰਚੇ ਆ, ਹੁਣ ਜ਼ਿਮੀਂਦਾਰ ਨੂੰ ਆ ਕੇ ਫਤਿਹ ਬੁਲਾਈ ਹੈ, ਕੋਲ ਬੈਠ ਗਏ ਆ। ਜ਼ਿਮੀਂਦਾਰ ਦੇ ਬੁੱਲ੍ਹ ਸਿਰਕਦੇ ਨੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਨ ਰੋਮ ਰੋਮ 'ਚ ਇਹ ਚਰਨਾਹਟ ਛਾਈ ਹੋਈ ਹੈ। ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਚੰਗਾ ਨਹੀਂ ਲੱਗ ਰਿਹਾ। ਅਤੇ ਬੁੱਲ੍ਹ ਫਰਕਦੇ ਦੇਖਣਾ ਕੀਤੇ, ਜਿਹੜੇ ਹੁਣ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਨੇ, ਜਦੋਂ ਉਹ ਦੂਜੇ ਵੱਲ ਦੇ ਉਹਨੂੰ ਪਤਾ ਲੱਗ ਜਾਂਦਾ ਕਿ ਬਾਕੀ ਇਹ ਜਿਹੜਾ ਸਾਹਮਣੇ ਨਾਮ ਜਪਣ ਵਾਲਾ ਕਿ ਪਖੰਡੀ ਹੈ, ਪਤਾ ਲੱਗ ਜਾਂਦਾ ਹੈ। ਅਤੇ ਆਮ ਮਨੁੱਖ ਨੂੰ ਨਹੀਂ ਪਤਾ ਲੱਗਦਾ। ਜਿਵੇਂ ਆਪਾਂ ਹੋ ਗਏ ਨਾ, ਆਪਾਂ ਭੇਖ ਦਿਖਾਵਾ ਜਗਤ ਕੋ ਲੋਗਨ ਕੋ ਬਸਕੀਨ, ਸਾਡੀ ਹਾਲਤ ਇਹੋ ਜਿਹੀ ਹੈ। ਜਿਹੜੇ ਅੰਦਰ ਜਿਹਨਾਂ ਨੂੰ ਰਸ ਆ ਗਿਆ, ਨਾਮ ਦਾ ਖੁਮਾਰੀ ਚੜ੍ਹ ਗਈ ਜਿਹਨਾਂ ਨੂੰ, ਉਹ ਫਿਰ ਗੁਰੂ ਸਰ ਇੱਕ ਦੂਜੇ ਦੀ ਸੈਨਤਾ ਨਾਲ ਬੁੱਝ ਲੈਂਦੇ ਨੇ। ਕਿੰਨੀ ਕੁ ਅਵਸਥਾ ਦਾ ਇਹ ਧਾਰਨੀ ਹੈ। ਹੁਣ ਸ ਗੁਰਮੁਖ ਜਨ ਨੇ ਕੀ ਦੇਖਿਆ, ਉਹ ਮਹਾਂਪੁਰਖਾਂ ਨੇ ਦੇਖਿਆ, ਇਹ ਵਾਹਿਗੁਰੂ ਵਾਹਿਗੁਰੂ ਆਖਦਾ। ਅਤੇ ਫਿਰ ਬਹੁਤ ਘੱਟ ਗੱਲ ਕੀਤੀ ਹੈ, ਜ਼ਿਆਦਾਤਰ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਫਿਰ ਥੋੜ੍ਹਾ ਸਮਾਂ ਲਈ ਪੁੱਛਿਆ ਕਿ ਹਾਂਜੀ ਸੰਤ ਜੀ ਦੱਸੋ ਕਿਵੇਂ ਆਉਣਾ ਪਿਆ। ਉਹ ਜ਼ਿਮੀਂਦਾਰ ਨੇ ਸਵਾਲ ਕੀਤਾ, ਅਤੇ ਉਸ ਮਹਾਂਪੁਰਖ ਨੇ ਆਖਣਾ ਕੀਤਾ, ਕਹਿਣ ਲੱਗੇ ਕਿ ਤੂੰ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਆਖੀ ਜਾ ਰਿਹਾ, ਕੁਝ ਹੋਰ ਵੀ ਗੱਲਬਾਤ ਕਰਨਾ ਕਰ। ਜੇ ਵਾਹਿਗੁਰੂ ਨਾ ਆਖੇ ਫਿਰ ਕੀ ਹੋਵੇਗਾ। ਅਤੇ ਉਸ ਜ਼ਿਮੀਂਦਾਰ ਨੇ ਉੱਤਰ ਦੇਣਾ ਕੀਤਾ ਕਿ ਵਾਹਿਗੁਰੂ ਮੇਰਾ ਭੋਜਨ ਬਣ ਗਿਆ ਹੈ, ਵਾਹਿਗੁਰੂ ਮੇਰੀ ਖੁਰਾਕ ਬਣ ਗਈ ਹੈ। ਇਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਕਿ ਸਾਚੇ ਨਾਮ ਕੀ ਲਾਗੈ ਭੂਖ,
उत भूखै खाए चली है दूख, सो क्यों बिसरै मेरी माए, साचा साहिब सच है नाए। ते वो जिमीदार नूं कहना जे तू नाम ना जपे, वाहिगुरू ना आखे, फिर तेरा की होवेगा। ते अगों गुरु सारे उस जिमीदार ने उत्तर देना कीता, कहन लग्या नाम तो बिना, इस वाहिगुरू तो बिना मैं रह नहीं सकता। मैनू रोटी मिले ना मिले, प्रसादा मैनू ना मिले, कोई फर्क नहीं, पर जे मैं वाहिगुरू ना आखां सच जानियो, मेरे अंदर बहुत बड़ी घाट मैनू महसूस हो रही है। इस वाहिगुरू के नाम तो बिना मेरा जीवन अधूरा है। ते गुरु सवारियो इहो ਜਿਹੇ ਹੁੰਦੇ ਨੇ नाम ਦੇ ਵਪਾਰੀ। ਉਹ ਜਿਹੜਾ ਮਹਾਂਪੁਰਖ ਸੀ ਬਾਬਾ ਈਸ਼ਰ ਸਿੰਘ ਜੀ ਨਿਰਮਲੇ ਸੰਤ, ਉਹਨੇ ਵੀ ਸਜਦਾ ਕਰਤਾ ਕਿ ਵਾਕਈ ਇਹ ਰੰਗੀ रूह है। ਐਵੇਂ ਨਹੀਂ ਦੁਨੀਆ ਦੇ ਸੰਸਾਰ ਵਿੱਚ ਚਰਚਾ ਹੋ ਰਹੀ ਹੈ, ਵਾਕਈ ਇਹਨੂੰ ਨਾਮ ਦਾ ਰੰਗ ਲੱਗਿਆ ਹੈ, ਨਾਮ ਦੀ ਖੁਮਾਰੀ ਚੜ੍ਹ ਗਈ ਹੈ। ਤੇ ਉਹ ਵੀ ਉੱਠ ਕੇ ਫਤਿਹ ਬੁਲਾ ਕੇ ਚਲਿਆ ਗਿਆ। ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਜਿਹੜੇ ਨਾਮ ਦਾ ਵਪਾਰ ਕਰਦੇ ਨੇ ਨਾ, ਉਹ ਰੰਗੇ ਜਾਂਦੇ ਨੇ ਤਨ ਮਨ ਕਰਕੇ। ਤਨ ਕਰਕੇ ਉਸ ਮਾਲਕ ਨੂੰ ਚੇਤੇ ਕਰਦੇ, ਮਨ ਕਰਕੇ ਵੀ ਚੇਤੇ ਕਰਦੇ ਨੇ, ਅੱਠੇ ਪੈਰ ਉਸ ਮਾਲਕ ਦੇ ਨਾਮ ਦਾ ਹੀ ਵਪਾਰ ਕਰਦੇ ਨੇ। ਤੇ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਦੁਆਰਾ ਇਹੀ ਬਚਨ ਕਰਦੇ ਨੇ, ਕਹਿੰਦੇ ਨੇ ਭਾਈ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਸੱਚਾ ਵਪਾਰ ਹੈ, ਇਹ ਵੱਖਰ ਹੈ, ਸਮਾਂ ਹੈ ਤੈਨੂੰ परमात्मा का नाम जपण का, यही व्यापार करना कर। संसारी कार विहार करदा ठीक है, मुबारक है, पर नाल नाल तू उस वाहिगुरू का नाम का व्यापार कर जिहदे राही तेरा पार उतारा होना है। क्योंकि लाहा नाम संसार है, गुरमती विचार। मैं नहीं कह रहा, गुरु ग्रंथ साहिब महाराज कह रहे हैं जिन्होंने मत्था टेकते हैं। कहते जे असली लाहा लेना ना, कहते पर संसार विच परमात्मा के नाम का ही लाहा है। ये लाहा लै, ये लाहा प्राप्त करके की होवेगा, कहते ये कित्थों मिलेगा, गुरमती विचारा। जो गुरु की मत का धारणी बन जाएगा, गुरु की विचारां नाल अपनी मन नूं जोड़ेगा, इस तरह कहते जो गुरु की मत अनुसार चलेगा ना, फिर कहते तेनों नाम का लाहा मिलना है। आप रोजाना पढ़ते हैं कि इहा खाट चलो हर लाहा, आगै बसन सहेला। इस करके ये नाम का लाहा जिन्हें खट लिया ना, तो गुरु सवारे उन्हों का फिर जीवन सफला हो गया। तो सतगुरु जी अगली पंक्ति च बख्शिश कर रहे हैं, तो पातशाह फरमान करते हैं, कहते हैं भाई ए दूजा भाए कार कमावणी, नित तोटा सह सारा। दूजा भाए दवैत दे विच, दुबदा विच फस के, कि एक पासे गुरु नूं प्रेम करना, गुरु दे चरणां च नतमस्तक होना, दूजे पासे गुरु नूं छड्ड के होरनां नाल प्रेम करी जाना। साडे गुरु ने सानू ये सिखाया है कि साच कहो सुन लेहो सब है, जिन प्रेम कियो तिन ही प्रभ पायो। पर इसका मतलब नहीं कि आप, इसका मतलब ये नहीं कि आप किसी ने प्रेम करना छड्डना। प्रेम आप संसार विच रहना, सारिਆਂ ਨਾਲ प्रेम दी नाल गल करनी है, पर असल प्रेम सिख ने गुरु नाल पाना है। असल प्रेम सिख ने परमात्मा नाल पाना है। पर जिहड़े एक पासे गुरु ग्रंथ साहिब मत्था टेकते ने, दूजे पासे ते कोई मड़ियां मसाणा उत्ते जाके मत्था टेक रहे आ, कोई गुरु सवारे देवी देवतियां दे जाके पत्थरां नूं जाके मत्था टेक रहे आए, इस तरह गुरु सवारियो उस रब की प्राप्ति नहीं होनी है, सानू गुरु की खुशी नहीं मिलनी है। तो सतगुरु कहते ने जिहड़े इस तरह दवैत विच दुबदा विच फस के कहते ये कार कमांदे ने, उन्हां मनुखां नूं फिर नितापति संसार विच घाटा ही पैंदा है। सच साची संगत थान सच, सच्चे घर बारा।
ਤੇ ਜਿਹੜੇ ਗੁਰੂ ਸਾਹਿਬ ਨਾਮ ਜਪਦੇ ਨੇ ਨਾ, ਸੱਚ ਦੇ ਉਪਾਸ਼ਕ ਬਣ ਜਾਂਦੇ, ਪਾਂਧੀ ਬਣ ਜਾਂਦੇ ਨੇ। ਤੇ ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਉਹ ਸਾਚੀ ਸੰਗਤ, ਉਹ ਸੱਚ ਦੀ ਸੰਗਤ ਹੀ ਪ੍ਰਾਪਤ ਕਰਦੇ, ਜਿੱਥੇ ਸੱਚ ਦੀ ਭਲੀ ਪ੍ਰਕਾਰ ਵਿਚਾਰ ਹੁੰਦੀ ਹੋਵੇ, ਜਿੱਥੇ ਸੱਚ ਤੋਂ ਬਿਨਾਂ ਦੂਜੀ ਗੱਲ ਨਾ ਹੋਵੇ, ਉਹੀ ਸੰਗਤ ਵਿੱਚ ਜਾ ਕੇ ਬੈਠਦੇ ਨੇ। ਥਾਨ ਸੱਚ, ਤੇ ਉਹ ਜਿੱਥੇ ਜਾ ਕੇ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਸੱਚ ਦਾ ਹੋਕਾ ਦਿੰਦੇ ਨੇ, ਕਹਿੰਦੇ ਉਹ ਥਾਂ ਵੀ ਕਹਿੰਦੇ ਸੱਚ ਜਾਣੇ ਪਵਿੱਤਰ ਹੋ ਜਾਂਦੀ ਹੈ, ਉਹ ਥਾਂ ਵੀ ਸੱਚੀ ਹੈ। ਜਿਸ ਘਰ ਦੇ ਵਿੱਚ ਬੈਠ ਕੇ ਉਹ ਸੱਚੇ ਮਾਲਕ ਦਾ ਆਰਾਧਨ ਕੀਤਾ ਜਾਂਦਾ ਹੈ, ਕਹਿੰਦੇ ਸੱਚ ਜਾਣੇ ਉਹ ਸੱਚਾ ਘਰ ਵਾਰਾ, ਕਹਿੰਦੇ ਉਹ ਘਰ ਵੀ, ਕਹਿੰਦੇ ਉਹ ਬਾਹਰ ਘਰ ਦੇ ਦਰਵਾਜ਼ੇ ਜਿੰਨੇ ਵੀ ਉੱਥੇ ਸਾਰਾ ਸਾਜੋ ਸਮਾਨ ਹੈ, ਉਹ ਵੀ ਸੱਚ ਹੋ ਜਾਂਦੇ ਨੇ। ਭਾਵ ਜਿੱਥੇ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਨਾ, ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਕਿ ਜਿੱਥੈ ਨਾਮ ਜਪੀਐ ਮੇਰੇ ਪਿਆਰੇ, ਸੇ ਅਸਤਨ ਸੋਇਨ ਚਵਾਰੇ, ਜਿੱਥੇ ਨਾਮ ਨ ਜਪੀਐ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀ। ਕਿ ਜਿੱਥੇ ਨਾਮ ਜਪਿਆ ਜਾਂਦਾ, ਬੰਦਗੀ ਕੀਤੀ ਜਾਂਦੀ ਹੈ, ਪਰਮਾਤਮਾ ਦੇ ਗੁਣਾਂ ਦਾ ਗਿਆਨ ਕੀਤਾ ਜਾਂਦਾ ਹੈ, ਤੇ ਉੱਥੇ ਗੁਰੂ ਸਵਾਰੇ ਫਿਰ ਅਸਤਨ ਸੋਇਨ ਚੁਬਾਰੇ। ਆਪਾਂ ਦੇਖਦੇ ਹਾਂ ਸੰਸਾਰ ਵਿੱਚ ਜਿਹੜੀਆਂ ਥਾਵਾਂ 'ਤੇ ਰੱਬ ਦੇ ਪਿਆਰਿਆਂ ਨੇ ਬੰਦਗੀ ਕੀਤੀ ਹੈ, ਸਾਡੇ ਗੁਰੂ ਸਾਹਿਬਾਨ ਦੇ ਮੁਬਾਰਕ ਚਰਨ ਪਏ ਨੇ, ਉੱਥੇ ਗੁਰਦੁਆਰੇ ਬਣ ਗਏ ਨੇ, ਉੱਥੇ ਅਸਥਾਨ ਬਣ ਗਏ ਨੇ। ਉੱਥੋਂ ਦੀ ਚਰਨ ਧੂੜੀ ਲੈਣ ਵਾਸਤੇ ਲੋਕ ਨਤਮਸਤਕ ਹੁੰਦੇ ਨੇ। ਦੇਖੋ ਆਪਣੇ ਨਾਲ ਹੀ ਆ, 15 ਕਿਲੋਮੀਟਰ ਹੈ, ਰਾੜਾ ਸਾਹਿਬ ਦੀ ਧਰਤੀ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਹੋਏ ਨੇ ਰਾੜੇ ਸਾਹਿਬ ਵਾਲੇ। ਉੱਥੇ ਗੁਰੂ ਸਾਹਿਬ ਲੋਕ ਉੱਥੋਂ ਦੀ ਚਰਨ ਧੂੜੀ ਲੈਣ ਵਾਸਤੇ ਅੱਜ ਵੀ ਸਜਦਾ ਕਰਦੇ ਨੇ। ਬੇਸ਼ੱਕ ਮਹਾਂਪੁਰਖ ਸੰਸਾਰ ਤੋਂ ਚਲੇ ਗਏ ਨੇ ਸਰੀਰਕ ਤੌਰ 'ਤੇ, ਪਰ ਲੋਕ ਸਜਦਾ ਕਰਦੇ, ਨਮਸਕਾਰ ਕਰਦੇ। ਕਿਉਂ ਕਰਦੇ ਨੇ? ਕਿਉਂਕਿ ਉੱਥੇ ਬੈਠ ਕੇ ਮਹਾਂਪੁਰਖਾਂ ਨੇ ਬੰਦਗੀ ਕੀਤੀ ਹੈ। ਇੱਕ ਨਹੀਂ ਅਨੇਕਾਂ ਥਾਂ ਨੇ ਇਹੋ ਜਿਹੇ ਜਿੱਥੇ ਬੈਠ ਕੇ ਰੱਬ ਦੇ ਪਿਆਰਿਆਂ ਨੇ ਨਾਮ ਜਪਿਆ, ਬੰਦਗੀ ਕੀਤੀ ਹੈ। ਉਹਨਾਂ ਥਾਵਾਂ ਨੂੰ ਸਜਦਾ ਹੋਇਆ ਹੈ। ਪਹਿਲਾਂ ਹੁੰਦਾ ਸੀ, ਹੁਣ ਹੁੰਦਾ, ਇਹਦੇ ਅੱਗੇ ਵੀ ਹੁੰਦਾ ਰਹੇਗਾ। ਇਸ ਕਰਕੇ ਉਹ ਘਰ-ਬਾਰ ਵੀ ਸੱਚਾ ਹੋ ਜਾਂਦਾ ਹੈ। ਜਿੱਥੇ ਸੱਚੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਉਹਨਾਂ ਗੁਰਮੁਖਾਂ ਦਾ ਸੱਚੀ ਸਤਿਗੁਰੂ ਜੀ ਬਚਨ ਕਰਦੇ ਨੇ। ਅਗਲੀ ਪੰਕਤੀ ਪਾਤਸ਼ਾਹ ਦੱਸ ਰਹੇ ਹਨ, ਸੱਚਾ ਭੋਜਨ ਭਾਓ ਸੱਚ, ਸੱਚ ਨਾਮ ਆਧਾਰਾ। ਜਿਵੇਂ ਸਰੀਰ ਨੂੰ ਚਲਾਉਣ ਦੇ ਲਈ ਸਾਨੂੰ ਖੁਰਾਕ ਦੀ ਲੋੜ ਹੈ ਨਾ, ਤੇ ਰੱਬ ਦੇ ਪਿਆਰਿਆਂ ਨੂੰ ਆਪਣੇ ਮਨ ਨੂੰ ਚਲਾਉਣ ਦੇ ਲਈ ਪਰਮਾਤਮਾ ਦੇ ਨਾਮ ਦੀ ਲੋੜ ਹੈ। ਉਹ ਪਰਮਾਤਮਾ ਦੇ ਨਾਮ ਲਈ ਜਿੱਦ ਨਾਮ ਜਪਦੇ ਨੇ ਤੇ ਮਨ ਨੂੰ ਪਰਮਾਤਮਾ ਦੇ ਨਾਮ ਵਿੱਚ ਲਾ ਕੇ ਰੱਖਦੇ ਨੇ, ਤੇ ਫਿਰ ਗੁਰੂ ਸਾਹਿਬ ਉਸੇ ਤਰ੍ਹਾਂ ਹੀ ਉਹ ਸਾਰੇ ਕਾਰਜ ਕਰਦੇ ਨੇ। ਉਹਨਾਂ ਦਾ ਜਿਹੜਾ ਭੋਜਨ ਹੈ, ਪਰ ਸੱਚਾ ਭੋਜਨ ਪਰਮਾਤਮਾ ਦਾ ਨਾਮ ਹੀ ਹੈ। ਉਹਨਾਂ ਦੇ ਹਿਰਦੇ ਜਿਹੜਾ ਭਾਵ ਪੈਦਾ ਹੋਇਆ ਹੈ, ਭਾਵ ਦਾ ਅਰਥ ਹੈ ਪ੍ਰੇਮ। ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ, ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਉਂਦੇ ਨੇ, ਇੱਕ ਭਉ, ਇੱਕ ਭਾਉ, ਤੇ ਦੋਨਾਂ ਦੇ ਅਰਥਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਜੇ ਭਉ ਆ ਜਾਏ ਭੱਬਾ ਤੇ ਊੜੇ ਨੂੰ ਔਂਕੜ, ਫਿਰ ਭਉ ਬਣ ਗਿਆ ਕੰਨੇ ਤੋਂ ਰਹਿਤ, ਇਹਦਾ ਅਰਥ ਬਣੇਗਾ ਡਰ। ਜਦੋਂ ਆ ਗਿਆ ਭੱਬਾ, ਭੱਬੇ ਨੂੰ ਕੰਨਾ ਤੇ ਊੜੇ ਨੂੰ ਔਂਕੜ, ਤੇ ਇੱਥੇ ਫਿਰ ਸ਼ਬਦ ਦੇ ਅਰਥ ਬਣਨੇ ਨੇ ਭਾਉ। ਭਾਉ ਦਾ ਅਰਥ ਹੈ ਪਿਆਰ, ਪ੍ਰੇਮ। ਤੇ ਪ੍ਰੇਮ ਜਿੱਥੇ ਕਈ ਵਾਰੀ ਆਪਾਂ ਅਣਜਾਣਪੁਣੇ ਵਿੱਚ ਭਉ ਨੂੰ ਭਾਉ ਪੜ੍ਹ ਜਾਂਦੇ ਨੇ ਤੇ ਭਾਉ ਨੂੰ ਭਉ ਪੜ੍ਹ ਜਾਂਦੇ ਨੇ, ਜੋ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬਾਨ ਜੀ ਇੱਥੇ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਉਹਨਾਂ ਦੇ ਲਈ ਕਹਿੰਦੇ ਜਿਹੜਾ ਸੱਚਾ, ਕਹਿੰਦੇ ਸੱਚੇ ਪਰਮੇਸ਼ਰ ਨਾਲ ਪ੍ਰੇਮ ਕਰਨਾ,
कहते वो नाम ही भाओ प्रेम है, प्रेम शहद उस मालक नाम जपना ते सच्चा सच नाम आधारा। दुनिया के लोगों ने कोई किसी ने किसी को अपना आसरा बनाया, किसी ने किसी को अपना आसरा बनाया होया है, पर रब दे प्यारे ने गुरु सवारियो परमात्मा दे नाम नू ही सच नू ही अपना आधार आसरा बनाया है। सच्ची बाणी संतोखिया सच्चा शब्द विचारा। संतोखिया का अर्थ संतोख प्राप्त होना। संतोख गुरु सवारियो नाम संतोख सिंह रखण दे नाल कोई संतोखी नहीं बन सकता है। संतोखी किवें बनिया जा सकता, तो सतगुरु के नाम जप के ही संतोखी बनिया जा सकता है। देह नाम संतोखिया उतरै मन की भुख। मन की भुख कदों उतरनी, जो नाम मिल गया, नाम प्राप्त हो गया, फिर गुरु सर नाम जपण अपने आप ही संतोख आ जाता है। तो सतगुरु कहते ने इस प्रकार जी परमात्मा की जी सतगुरु की बाणी है ना, ये बाणी सच्ची है। बाहु बाहु बाणी निरंकार है, बाणी गुरु गुरु है बाणी। बिच बाणी अमृत सारे धुर की बाणी आई, तिन सगली चिंत मिटाई। ये बाणी निरंकार है। इस करके बाणी सच्ची, बाणी पढ़ना जिहड़े पढ़ते ने विचारते नाल उन्हां नूं गुरु सर संतोख प्राप्त होता है। सच्चा शब्द विचार, जो सच सच्चे शब्द की विचार करिए, फिर अंदर गुरु से संतोख पैदा होता, बाणी का रस नूं प्राप्त होता है। उस प्यारे दे अंदर फिर अम्यो चले झरना, इहो जी उस प्यारे की अवस्था बनती है। रस भोगण पातशाहियाँ दुख सुख संघारा। हुण सतगुरु जी उस मनुख की गल करते ने जिहड़ा संसार विच विचर के बड़े बड़े मरतबे हासिल करता है। मरतबे राज भाग भोगण लग पिया, राजा बन गया। तो कहते इस तरह अनेकों प्रकार के रसां कसां नूं भोग रहे आ, पातशाहियां प्राप्त हो गईयां। इन्हां पातशाहियां नूं प्राप्त करन दे नाल, रस कस भोगण दे नाल ते ए जीव तिन दुखां सुखां तेरे दुख सुख का संघार खात्मा होवेगा। पर तिन दुखां ने आके घेरना है। जिन्ना गुरु सरे जीव नूं राज भाग प्राप्त होंदा, उन्ना जिथे सुख भी ने उत्थे नाल दुख भी होंदे ने। गुरबाणी विच तां सतगुरु जी ने इत्थों तक बचन कर दिते, जदों तक गुरु साहब मनुख राजा बन के प्रजा की सेवा करे, चंगे कर्म करे, उन्हों तो फिर मान मिलता, सन्मान मिलता है। पर जो राजा अपने इखलाक तो डिग जावे, अपना जो दी कार है उस कार नूं भुल जावे, राजे दे दरबार विच अन्याय हुंदा होवे, फिर गुरु सर उस नूं लाहणतां पैंदियां ने। कई बारी ऐसा हुंदा कि मनुख नूं राज भाग प्राप्त हो गया, धन भूमि का उहदे कोल चंगी धन जमीन जायदाद आ गई, राजा बन गया, तो ये धन भूमि का मान करन लग पैंदा है। पर सुखनी साहिब की आपां बाणी पढ़ते हैं, सतगुरु गुरु ग्रंथ साहिब महाराज कहते ने कि धन भूम का जो करे अभिमान, सो मूर्ख अंधा अज्ञान। सतगुरु जी कह रहे ने पंजवें पातशाह महाराज कि धन भूम का जो करे अभिमान, सो मूर्ख अंधा अज्ञान। जिहड़ा धन भूम का हंकार करता ना, कहते असल विच कहते वो मूर्ख है, अंधला है, अज्ञानी है। उहदे कोल विचार रूपी नेत्र नहीं हैं, जिहदे राहीं वो देख के विचार कर सके। इस करके सतगुरु कहते ने राजा बन गया, पातशाहियां भोगण लग पिया। तो इस तरह ये सब कुछ प्राप्त करके जीवा इस तरह सुख माणदा है, तो जीवा नूं दुख दे रहा है। मोटा नाव धराई है, गल औगण भारा। मोटा नाम
मोटा नाम तो भाव है अपना नाम बड़ा रखा लिया ते अपने नाम उत्ते माण होण लग पिया, भाव अप्रसिद्धि हासिल करनी। मानो पहला पिंड दे लोग जानते सी ते पिंड तो बाद में दूजा पिंड जानन लग पिया, फिर तीजा जानन लग पिया, फिर गुरुसर सारा जिला जानन लग पिया, जिले तो बाद फिर दूजा जिला जानन लग पिया, होर फिर सारी जिहड़ी सूबा सारा जानन लग पिया। सूबे विच जान पहचान हो गई, लोग जानते ने। फिर इहो जी एडा वड्डा नाम हो गया कि सारा देश जानन लग पिया। देश तो बाद कहते एडा वड्डा बन गया कि सारा संसार जानन लग पिया। हर एक मनुख की सोच है कि मैनूं सारे जानते हुण मेरी प्रसिद्धि होवे, पर सतगुरु कहते ने जिन्ना वड्डा नाम हो गया उन्ना ही मनुख के अंदर हंकार पैदा हो जाता है। जदों हंकार हुंदा है तो उदों फिर मनुख मरदा है। कहते जिन्ना मोटा नाम धराई है, वड्डा नाम धरा लिया, रखा लिया अपना। कहते इस नाम नूं धराउण दे लई गल औगण भारा, बड़े बड़े औगण पाप कीते ने, भारे पाप बज्जर पाप कीते ने। कहते फिर ये नाम धरा। देखो हुण हिटलर नूं आपां सारे जानते हैं, किन्ना समा हो गया हिटलर नूं संसार च आया नूं, किन्ने उन्हें कतल किए सारे आपां जानते हैं, किन्नियां नूं वढिया टुकिया, पर पहला पाप कीते ने ना। खात्मा करता गया तो उसका नाम उसका प्रसिद्ध होता गया। कई बारी कोई मनुख संसार पाप करे ना, कुकर्म करे, तो कई बारी इत्थों तक कतल करता जाए, कहते ये हिटलर बन गया। ये लोग ये कहावत बन जाती है, लोग कहते हैं। पर जे नाम धराना ना, अपना नाम धरावो। जिस तरह के कारनामे किए साडे गुरु साहबाना ने, जिहो जो कारनामे किए साहबजादियां ने 5 ते 7 साल की उम्र विच, ते गुरु सवारी नीहां विच खलो जाना कि साडे पिता ने आखे कि सिर जावे तां जावे, साडा धर्म साडा ना जावे, साडा सीस भावें। साडे पिता जी ने ये सानू दृढ़ कराया होया है। सूबिया बेशक साडा सिर कलम कर दे, साडे शरीर के टुकड़े टुकड़े कर दे, पर सानू अपना धर्म प्यारा है। इहो है, ये है नाम। जे इस तरह का नाम धराया जाए फिर गुरु सवारियो फिर औगणा का भार नहीं व्यापदा। जिस मनुख के अंदर हंकार आ जाता, ज्यों ज्यों मरतबा प्राप्त होंदा, वडियाई मिलती है, त्यों त्यों गुरु सवारे वो मनुख फिर हंकार नाल होर ज़्यादा उपर जाता है। फिर वो अंदर मान अवमान बढ़ता जाता है। तो सतगुरु कहते इस तरह के कहते अपना नाम मशहूरी प्राप्त करने लई कहते बड़े बड़े कहते औगण करदा, पापां दा भार सिर उत्ते भाई तू चुकी फिरदा है। मानस दात न होवे तू दाता सारा। हुण अखीरली पंक्ति च पातशाह जी बचन करते हैं, कहते मानस दात न होवे तू दाता सारा। मानस दात भाव इत्थे दात का अर्थ लगना तृप्ति। कहते हे परमात्मा तू अपने इधरों सारिया जिन्नियां तेरियां दातां ने ना, दातां मनुख नूं दे दवे। कहते मानस दात ना होवे, पर कहते सच जानियो जिहड़ा मनुख है कदे तृप्त नहीं होवेगा। तेरियां दातां प्राप्त करके ना मनुख तृप्त नहीं हुंदा। कोट जोरे लाख करोरे मन ना होरे, लूझी है तृष्णा बिरले ही की बूझी। तृष्णा नहीं बुझदी मुख दी, क्योंकि जिन्नियां भी सानू दातां मिल जाण मालक दे दर तों, ते साडा फर्ज बनदा कि परमात्मा मैं इन्ने दा अधिकारी नहीं सी जिन्ना ते मैनू देना कीता, तेरा धन्नवाद है। शुक्र करना सी ना। पर मनुख तृप्त नहीं हुंदा। मनुख दे अंदर दिनों दिन तीव्र इच्छा बढ़दी कि नहीं ये थोड़ा है। पुराना समा आप याद करिए, अज तो आप 50 साल पिछे चले जाइए,
ਲੋਕਾਂ ਦੇ ਕੱਚੇ ਘਰ ਹੁੰਦੇ ਸੀ, ਛੱਪਰੀਆਂ ਹੁੰਦੀਆਂ ਸਨ ਪਿੰਡਾਂ ਦੇ ਵਿੱਚ, ਛੱਪਰੀਆਂ ਬਣਾ ਕੇ ਕੱਚੇ ਮਕਾਨਾਂ ਵਿੱਚ ਲੋਕਾਂ ਨੇ ਰਹਿਣਾ। ਫਿਰ ਹੌਲੀ ਹੌਲੀ ਗੁਰੂ ਸਰ ਗਾਡਰ ਵਾਲੇ ਆ ਗਏ, ਹੌਲੀ ਹੌਲੀ ਫਿਰ ਲੈਂਟਰ ਆ ਗਿਆ। ਹੁਣ ਗੁਰੂ ਸਰੇ ਕੋਠੀਆਂ ਵੱਡੀਆਂ ਵੱਡੀਆਂ ਪਾ ਲਈਆਂ। ਆਪਣੀ ਮਾਲਕ ਨੇ ਹਰ ਇੱਕ ਨੂੰ ਸਮਰੱਥਾ ਬਖਸ਼ੀ ਹੈ, ਮਿਹਨਤ ਕੀਤੀ ਮਨੁੱਖ ਨੇ, ਮਨੁੱਖ ਨੂੰ ਇਹ ਪ੍ਰਾਪਤ ਹੋਇਆ। ਪਰ ਤ੍ਰਿਪਤੀ ਸਾਡੀ ਫੇਰ ਨਹੀਂ ਹੋਈ। ਪਹਿਲਾਂ ਸਾਈਕਲ 'ਤੇ ਸੀ, ਪੈਦਲ ਸੀ, ਫਿਰ ਸਾਈਕਲ ਆ ਗਿਆ, ਫਿਰ ਮੋਟਰਸਾਈਕਲ ਆ ਗਿਆ। ਫਿਰ ਗੁਰੂ ਸਰੇ ਇੱਕ ਪਿੰਡ ਵਿੱਚ ਇੱਕ ਅੱਧੀ ਗੱਡੀ ਹੁੰਦੀ ਸੀ, ਕਿਸੇ ਇੱਕ ਦੇ ਘਰ ਹੋਣੀ, ਅਤੇ ਅੱਜ ਘਰ ਘਰ ਗੱਡੀਆਂ ਨੇ। ਅਤੇ ਤ੍ਰਿਪਤੀ ਫੇਰ ਨਹੀਂ ਸਾਡੇ ਮਨ ਨੂੰ। ਫਿਰ ਵੀ ਕਹਿੰਦੇ ਨਹੀਂ, ਸਾਨੂੰ ਥੋੜ੍ਹਾ ਹੈ, ਗੁਆਂਢੀਆਂ ਦੇ ਘਰ ਫਲਾਣੀ ਗੱਡੀ ਖੜੀ ਹੈ, ਮੇਰੇ ਘਰ ਛੋਟੀ ਗੱਡੀ ਹੈ, ਗੁਆਂਢੀਆਂ ਦੀ ਕੋਠੀ 3 ਮੰਜ਼ਲੀ ਹੈ, ਮੇਰੀ 2 ਮੰਜ਼ਲੀ ਹੈ। ਇਹ ਸੋਚ ਹੈ ਮਨੁੱਖ ਦੀ। ਕਿਉਂ ਗੱਲ ਕੀ ਹੈ, ਤ੍ਰਿਪਤੀ ਨਹੀਂ ਹੁੰਦੀ ਮਨੁੱਖ ਨੂੰ। ਅਤੇ ਮਨੁੱਖ ਗੁਰੂ ਸਵਾਰੇ ਇਸ ਤਰ੍ਹਾਂ ਸਾਰੀ ਉਮਰ, ਚਾਹੇ ਪਰਮਾਤਮਾ ਸਾਰਾ ਕੁਝ ਇੱਕ ਮਨੁੱਖ ਨੂੰ ਦੇ ਦੇਵੇ ਕਿ ਤੂੰ ਸਾਂਭ, ਪਰ ਤ੍ਰਿਪਤ ਹੋ ਜਾ ਤੂੰ, ਤ੍ਰਿਪਤ। ਅਤੇ ਮਨੁੱਖ ਨੇ ਕਹਿਣਾ ਨਹੀਂ, ਹੱਲ ਵੀ ਥੋੜ੍ਹਾ ਹੈ। ਪਰ ਸਤਿਗੁਰੂ ਕਹਿੰਦੇ ਬਹੁਤਾ ਕਹੀਏ ਬਹੁਤਾ ਹੋਏ। ਜੋ ਦਿੱਤਾ ਨਾ ਪਰਮਾਤਮਾ ਨੇ, ਉਹਨੂੰ ਪ੍ਰਾਪਤ ਹੈ ਕਿ ਪਰਮਾਤਮਾ ਤੇਰਾ ਦਿੱਤਾ ਬਹੁਤ ਕੁਝ ਹੈ, ਅਤੇ ਸੱਚ ਜਾਣਿਓ ਉਹਦੇ ਵਿੱਚ ਹੀ ਫਿਰ ਰੱਬ ਨੇ ਬਰਕਤਾਂ ਪਾ ਦੇਣੀਆਂ ਨੇ। ਅਤੇ ਸਤਿਗੁਰੂ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਗੁਰੂ ਸਾਹਿਬਾਨ ਜੀ ਬਚਨ ਕਰਦੇ ਨੇ, ਕਹਿੰਦੇ ਮਾਨਸ ਦਾਤ ਨਾ ਹੋਵੇ, ਤੂੰ ਦਾਤਾ ਸਾਰਾ ਹੈ ਵਾਹਿਗੁਰੂ, ਤੂੰ ਸਾਰੀਆਂ ਦਾਤਾਂ ਦੇ ਦੇਵੇ, ਮਨੁੱਖ ਫਿਰ ਵੀ ਤ੍ਰਿਪਤ ਨਹੀਂ ਹੋਵੇਗਾ। ਅਗਮ ਅਗੋਚਰ ਤੂੰ ਧਣੀ, ਅਵਗਤ ਅਪਾਰਾ। ਪਰਮਾਤਮਾ ਦਾ ਰੂਪ ਕਿਹੋ ਜਿਹਾ ਹੈ? ਕਹਿੰਦੇ ਅਗਮ, ਮਨ ਦੀ ਗਮਤਾ ਤੋਂ ਪਰੇ, ਜਿਹਨੂੰ ਆਪਾਂ ਅਪਹੁੰਚ ਕਹਿ ਦਿੰਦੇ ਨੇ, ਜਿੱਥੇ ਮਨ ਨਹੀਂ ਪਹੁੰਚ ਸਕਦਾ। ਅਗੋਚਰ ਛਿਪਿਆ ਹੋਇਆ, ਤੂੰ ਧਣੀ ਸਾਰਿਆਂ ਦਾ ਮਾਲਕ ਹੈ। ਅਵਗਤ, ਆਵਾਗੁਣ ਤੋਂ ਰਹਿਤ ਹੈ। ਆਪਾਂ ਸਾਰੇ ਜੰਮਣ ਮਰਨ ਦੇ ਵਿੱਚ ਨੇ, ਅਤੇ ਪਰਮਾਤਮਾ ਆਵਾਗੁਣ ਤੋਂ ਅਵਗਤ ਪਰਮੇਸ਼ਰ ਹੈ। ਅਪਾਰਾ, ਉਹ ਪਾਰਾਵਾਰ ਤੋਂ ਰਹਿਤ ਹੈ। ਗੁਰ ਸ਼ਬਦੀ ਦਰ ਜੋਈਐ, ਮੁਕਤੇ ਭੰਡਾਰਾ। ਕਹਿੰਦੇ ਫਿਰ ਇਹ ਜਿਹੜਾ ਮਾਲਕ ਇਹੋ ਜਿਹਾ ਅਪਹੁੰਚ ਹੈ, ਅਗੋਚਰ ਹੈ, ਕਹਿੰਦੇ ਅਵਗਤ ਹੈ, ਪਾਰਾਵਾਰ ਤੋਂ ਰਹਿਤ ਹੈ। ਐਸੇ ਮਾਲਕ ਨੂੰ ਫਿਰ ਕਿਵੇਂ ਦੇਖਣਾ ਕਰੀਏ, ਮਾਲਕ ਦੇ ਦੀਦਾਰ ਕਰੀਏ ਕਿਵੇਂ? ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰ ਸ਼ਬਦੀ, ਭਾਈ ਗੁਰੂ ਦੇ ਸ਼ਬਦ ਨਾਲ ਜੁੜ। ਜਦੋਂ ਗੁਰੂ ਦੇ ਸ਼ਬਦ ਨਾਲ ਜੁੜੇਗਾ, ਸ਼ਬਦ ਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਅੰਦਰ ਵਸਾਵੇਗਾ, ਫਿਰ ਦਰ ਜੋਈਐ, ਅਤੇ ਉਹ ਮਾਲਕ ਦੇ ਕਹਿੰਦੇ ਦੀਦਾਰ ਤੈਨੂੰ ਪ੍ਰਾਪਤ ਹੋ ਜਾਣਗੇ। ਅਤੇ ਮੁਕਤੇ ਭੰਡਾਰਾ, ਉਹਦੇ ਦਰ 'ਤੇ ਮੁਕਤੀ ਦੇ ਭੰਡਾਰੇ ਭਰੇ ਹੋਏ ਨੇ। ਫਿਰ ਤੈਨੂੰ ਬਾਹਰ ਸ਼ਬਦ ਦੇ ਰਾਹੀਂ ਤੈਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਸ਼ਬਦ ਨੇ ਤੈਨੂੰ ਅੰਦਰੋਂ ਹੀ ਦਿਖਾ ਦੇਣਾ ਕਿ ਰੱਬ ਤੇਰੇ ਅੰਦਰ ਹੈ, ਤੂੰ ਆਪਣੇ ਅੰਦਰੋਂ ਭਾਲ, ਅੰਦਰ ਦੀਦਾਰ ਕਰ। ਫਿਰ ਉਹ ਜੀਵ ਨੂੰ ਮੁਕਤੀ ਦੇ ਭੰਡਾਰੇ ਉਹਨੂੰ ਪ੍ਰਾਪਤ ਹੋ ਜਾਂਦੇ ਹਨ। ਨਾਨਕ ਮੇਲ ਨ ਚੂਕੇ ਸਾਚੇ ਵਾਪਾਰਾ। ਅਖੀਰਲੀ ਪੰਕਤੀ 'ਚ ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਨਾਨਕ ਮੇਲ ਨਾ ਚੂਕੇ ਸਾਚੇ ਵਾਪਾਰਾ। ਜਿਹੜੇ ਸੱਚ ਦੇ ਵਪਾਰ ਕਰਦੇ, ਸੱਚ ਦੇ ਪਾਂਧੀ ਬਣੇ ਨੇ ਨਾ, ਸੱਚ ਦਾ ਵਪਾਰ ਕਰਨ ਵਾਲੇ ਨੇ, ਉਹਨਾਂ ਦੇ ਨਾਲ ਕਿਸੇ ਦਾ ਮੇਲ ਨਹੀਂ ਹੋ ਸਕਦਾ। ਦੁਨੀਆ ਦੇ ਲੋਕਾਂ ਦਾ ਉਹਨਾਂ ਨਾਲ ਮੇਲ ਨਹੀਂ ਹੋ ਸਕਦਾ। ਉਹ ਪਾਪਾਂ ਦੀ ਪੰਡ ਆਪਣੇ ਸਿਰ ਉੱਤੇ ਨਹੀਂ ਚੁੱਕਦੇ। ਉਹਨਾਂ ਦੇ ਜਿਹੜਾ ਪਾਪਾਂ ਦਾ ਰਿਣ ਕਰਜ਼ਾ ਨਾ, ਉਹ ਨਾਮ ਜਪ ਕੇ, ਚੰਗੇ ਕਰਮ ਕਰਕੇ ਉਹ ਸਿਰ ਉੱਤੋਂ ਲੱਥ ਜਾਂਦਾ ਹੈ। ਜਿਵੇਂ ਇੱਕ ਮਨੁੱਖ ਨੇ ਗੁਰੂ ਸਰ ਆਪਣੇ ਸਿਰ ਉੱਤੇ ਵੱਡੀ ਪੰਡ ਚੁੱਕੀ ਹੋਵੇ ਨਾ, ਭਾਰ ਚੁੱਕਿਆ ਹੋਵੇ, ਕੋਈ ਰਾਹੀਗਰ ਉਹਨੂੰ ਪੁੱਛਦਾ ਹੋਵੇ ਰਸਤੇ 'ਚ ਕਿ ਭਾਈ ਮੈਨੂੰ ਆਹ ਰਾਹ ਦੱਸ, ਮੈਂ ਫਲਾਣੀ ਥਾਂ 'ਤੇ ਜਾਣਾ ਹੈ, ਉਹ ਕਹੇਗਾ ਪਹਿਲਾਂ ਥੋੜ੍ਹਾ ਖਲੋ ਜਾ, ਮੈਨੂੰ ਸਿਰ ਉੱਤੇ ਪੰਡ ਲਾ ਲੈਣ ਦਿਓ, ਪਹਿਲਾਂ ਪੰਡ ਲਾ ਲੈਣ ਦੇ, ਫਿਰ ਮੈਂ ਦੱਸਾਂਗਾ ਕਿ ਆਹ ਰਸਤਾ ਕਿੱਥੇ ਜਾਊਗਾ। ਪਹਿਲਾਂ ਪੰਡ ਲਾਣੀ, ਸਾਹ ਲਵੇਗਾ, ਫਿਰ ਕਹੇਗਾ ਭਾਈ ਆਹ ਰਾਹ ਜਾਂਦਾ, ਉੱਧਰ ਨੂੰ ਜਾਣਦਾ, ਫਲਾਣੇ ਪਿੰਡ ਦਾ, ਫਲਾਣੇ ਨਗਰ ਦਾ ਇਹ ਰਾਹ ਹੈ। ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਨਾਮ ਜਪ ਕੇ ਬੰਦਗੀ ਕਰਕੇ ਆਪਣੇ ਸਿਰ ਉੱਤੋਂ ਪਾਪਾਂ ਦੀ ਪੰਡ ਲਾ ਲੈਂਦੇ ਨੇ। ਪਾਪਾਂ ਦੀ ਪੰਡ ਲਾ ਕੇ ਫਿਰ ਗੁਰੂ ਜਦੋਂ ਇਹਨੂੰ ਹਲਕੇ ਫੁਲਕੇ ਹੋ ਜਾਂਦੇ ਨੇ ਨਾ,
ਹਲਕੇ ਫੁਲਕੇ ਹੋਣ ਤੋਂ ਬਾਅਦ ਜਦੋਂ ਕੋਈ ਜਗਿਆਸੂ ਆ ਕੇ ਪੁੱਛਦਾ ਕਿ ਰੱਬ ਨੂੰ ਮਿਲਣ ਦਾ, ਗੁਰੂ ਨੂੰ ਮਿਲਣ ਦਾ ਮਾਰਗ ਕਿਹੜਾ ਹੈ, ਉਹ ਕਹਿੰਦਾ ਆ ਮੇਰੇ ਕੋਲ ਬੈਠ, ਤੈਨੂੰ ਮੈਂ ਦੱਸਦਾ ਹਾਂ। ਆਹ ਬਾਣੀ ਹੀ, ਕਹਿੰਦੇ ਬਾਣੀ ਹੀ ਉਸ ਗੁਰੂ ਨੂੰ ਮਿਲਣ ਦਾ ਰਾਹ ਹੈ। ਜੇ ਬਾਣੀ ਨੂੰ ਪੜ੍ਹੇਗਾ, ਸ਼ਬਦ ਦੀ ਟੇਕ ਲਵੇਗਾ, ਫਿਰ ਸ਼ਬਦ ਦੀ ਟੇਕ ਲੈ ਕੇ ਤੂੰ ਉਸ ਮਾਲਕ ਦੇ ਦਰ ਤੱਕ ਅੱਪੜ ਜਾਵੇਗਾ, ਪਹੁੰਚ ਜਾਵੇਗਾ। ਇਹ ਗੁਰੂ ਸਵਾਰਿਓ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ, ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।